ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਿਰ ਬੋਲਿਓ ਪਾਪ ਮਤ ਅਬਲਾ ਨ ਕੀਨ ਕੁਛ ਉਦਮ ਕਰੈ ਹਾਂ ਆਸੁ ਅਧਿਕ ਵਿਚਾਰ ਕੈ ਪੁੱਤਰ ਕੇ ਸਮੇਤ ਤੋਹਿ ਜਾਮ ਕੇ ਨਿਕੇਤ ਪਠੋ ਕੋ ਦਿਨ ਬੀਤ ਲੇਹੁ ਡੀਕ ਔਰ ਤਾਰ ਕੈ ਫਿਰ ਬੋਲਿਓ ਪਾਪ ਮਤ ਅਬਲਾ ਨ ਕੀਨ ਕੁਛ ਉਦਮ ਕਰੈ ਹਾਂ ਆਸੁ ਅਧਿਕ ਵਿਚਾਰ ਕੈ ਪੁੱਤਰ ਕੇ ਸਮੇਤ ਤੋਹਿ ਜਾਮ ਕੇ ਨਿਕੇਤ ਪਠੋ ਕੋ ਦਿਨ ਬੀਤ ਲੇਹੁ ਡੀਕ ਔਰ ਤਾਰ ਕੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ
ਦੀਨਾ ਬੰਧੂ ਭਗਤ ਵਛਲ ਕਰੁਣਾ ਨਿਦਾਨ, ਮਿਹਰਾਮਤਾਂ ਦਾ ਸਾਗਰ, 10 ਪਾਤਸ਼ਾਹੀਆਂ ਜੀ ਦੇ ਪਾਵਨ ਪਵਿੱਤਰ ਸਰੂਪ, ਨਿਹਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਵਾਜ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਸ਼ਰਨ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਾਵਨ ਪਵਿੱਤਰ ਗੁਰੂ ਦਰਬਾਰ ਅੰਦਰ ਪਿਛਲੇ ਬਹੁਤ ਸਮੇਂ ਤੋਂ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਮੁਕੱਦਸ ਦਰ ਘਰ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਅੰਦਰ ਆਪਾਂ ਸ਼ਰਵਣ ਕੀਤੀ। ਉਹ ਗੁਰਮੁਖ ਵਡਭਾਗੇ ਹਨ ਜਿਹੜੇ ਇਹ ਪਾਵਨ ਪਵਿੱਤਰ ਅੰਮ੍ਰਿਤ ਰੂਪ ਲੜੀਵਾਰ ਕਥਾ ਜੋ ਅੰਮ੍ਰਿਤ ਦੇ ਤੁੱਲ ਹੈ, ਕੰਨਾਂ ਰੂਪ ਡੋਨਿਆਂ ਦੇ ਨਾਲ ਸ਼ਰਵਣ ਰੂਪ ਛਕ ਰਹੇ ਹਨ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਕਥਾ ਤਰਤੀਬਵਾਰ ਚੱਲਦਿਆਂ ਹੋਇਆਂ ਪਿਛਲੇ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਕੌਤਕ ਜੀਵਨ ਪ੍ਰਸੰਗ ਇਸ ਅਸਥਾਨ ਤੇ ਪਹੁੰਚੀ ਹੈ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪ੍ਰਿਥੀ ਚੰਦ ਨੇ ਹਜ਼ੂਰ ਦੇ ਖਡਾਵੇ ਬ੍ਰਾਹਮਣ ਦੁਆਰਾ ਜ਼ਹਿਰ ਦਵਾਉਣਾ ਚਾਹਿਆ, ਦਹੀਂ ਦੇ ਵਿੱਚ ਮਿਲਾ ਕੇ, ਪਰ ਮਹਾਰਾਜ ਨੇ ਆਪ ਹੀ ਉਹ ਸਾਰਾ ਪਾਪ ਦਾ ਪਰਦਾ ਉਘੇੜ ਦਿੱਤਾ ਸੀ ਤੇ ਬ੍ਰਾਹਮਣ ਨੂੰ ਮਾਤਾ ਗੰਗਾ ਜੀ ਦੇ ਬੇਨਤੀ ਕਰਨ ਤੇ ਹਜ਼ੂਰ ਨੇ ਜਿਉਂਦਾ ਕੀਤਾ ਸੀ। ਫਿਰ ਬ੍ਰਾਹਮਣ ਮਹਾਰਾਜ ਦੇ ਅੱਗੇ ਹੱਥ ਜੋੜ ਜੋੜ ਮਾਫੀ ਮੰਗਦਾ, ਮਹਾਰਾਜ ਬਖਸ਼ੋ, ਕਿਉਂਕਿ ਤੁਹਾਡਾ ਘਰ ਬਖਸ਼ਣ ਵਾਲਿਆਂ ਚੋਂ ਵੱਡਾ ਦਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਫਿਰ ਬ੍ਰਾਹਮਣ ਨੂੰ ਸੀਸ ਤੇ ਹੱਥ ਰੱਖ ਕੇ ਬਖਸ਼ ਦਿੱਤਾ ਹੈ ਸੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬ੍ਰਾਹਮਣ ਨੂੰ ਕਹਿੰਦੇ, ਹੈ ਬ੍ਰਾਹਮਣ, ਤੂੰ ਸਾਡੇ ਸਾਹਿਬਜ਼ਾਦੇ ਦਾ ਮੁੱਲ 500 ਰੁਪਈਆ ਹੀ ਜਾਣਿਆ ਸੀ ਨਾ, ਕੀਤਾ ਤਾਂ ਬੁਰਾ ਹੈ, ਪਰ ਹੁਣ ਬਖਸ਼ਿਆ ਵੀ ਗਿਆ ਹੈ। ਹੁਣ ਬਚਨ ਮੰਨੇ ਤੇ ਫੇਰ ਹੈ ਵੀ ਜੋ ਸਾਨੂੰ ਕਹਿਣਾ ਸਾਰਾ ਕੁਝ ਕੀ ਪ੍ਰਿਥੀ ਚੰਦ ਦੇ ਮੂੰਹ ਤੇ ਆਖ ਦਵੇਂਗਾ? ਕਹਿੰਦਾ ਮਹਾਰਾਜ ਕਿਉਂ ਨਹੀਂ ਆਖਾਂਗਾ, ਪ੍ਰਿਥੀ ਚੰਦ ਮੇਰੇ ਮੂੰਹ ਤੇ ਲਿਆਓ ਤੇ ਮੁੱਕਰ ਕੇ ਵਿਖਾਵੇ। ਮਹਾਰਾਜ ਨੇ ਸਿੱਖ ਸੱਦ ਕੇ ਪ੍ਰਿਥੀ ਚੰਦ ਨੂੰ ਆਪਦੇ ਘਰ ਵਿੱਚ ਬੁਲਾਇਆ ਤੇ ਬ੍ਰਾਹਮਣ ਨੂੰ ਮਹਾਰਾਜ ਨੇ ਆਖਿਆ ਵੀ ਤੂੰ ਇੱਕ ਕਮਰੇ ਵਿੱਚ ਬੈਠਾ ਰਹੋ, ਜਦੋਂ ਤੈਨੂੰ ਅਸੀਂ ਯਾਦ ਕਰਾਂਗੇ ਉਦੋਂ ਪਹੁੰਚ ਜਾਈਂ। ਪ੍ਰਿਥੀ ਚੰਦ ਆਇਆ, ਮਹਾਰਾਜ ਨੇ ਆਏ ਦਾ ਆਦਰ ਮਾਣ ਸਤਿਕਾਰ ਕੀਤਾ, ਕਿਉਂ ਵੱਡਾ ਜੂ ਹੈ। ਤੇ ਮਹਾਰਾਜ ਨੇ ਆਖਿਆ, ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਆਪਾਂ ਸਾਹਿਬਜ਼ਾਦੇ ਹਾਂ, ਕਿੱਡਾ ਵੱਡਾ ਘਰ ਦਰ ਹੈ, ਜਨਮ ਵਾਸਤੇ ਆਪਾਂ ਨੂੰ ਪ੍ਰਾਪਤ ਹੋਇਆ। ਧੰਨ 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 ਮਾਤਾ ਭਾਨੀ ਜੀ ਦੀ ਕੁੱਖ ਪ੍ਰਾਪਤ ਹੋਈ ਆਪਾਂ ਨੂੰ।
ਜਿਨ੍ਹਾਂ ਨੂੰ ਸਾਰਾ ਸੰਸਾਰ ਪੂਜਦਾ ਹੈ। ਮੈਂ ਤੁਹਾਨੂੰ ਸਦਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਸਾਹਿਬਜ਼ਾਦੇ ਜਾਣ ਕੇ ਪੂਜਦਾ ਹਾਂ, ਪੂਜਦੇ ਹਾਂ। ਪਰ ਅਸੀਂ ਫਿਰ ਤੁਹਾਡਾ ਮਾੜਾ ਵੀ ਕਦੇ ਕੁਝ ਨਹੀਂ ਕੀਤਾ। ਅਸੀਂ ਤੁਹਾਨੂੰ ਵੱਡੇ ਜਾਣਦੇ, ਪਰ ਤੁਹਾਨੂੰ ਵੱਡੇ ਬਣ ਕੇ ਰਹਿਣਾ ਆਉਂਦਾ ਨਹੀਂ। ਪ੍ਰਿਥੀ ਚੰਦ ਕਹਿੰਦਾ, ਇਹ ਭਰਾਤਾ ਕੀ ਹੋਇਆ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪ੍ਰਿਥੀ ਚੰਦ ਠੀਕ ਹੈ, ਤੇਰਾ ਵੈਰ ਤੇਰੀ ਈਰਖਾ ਸਾਡੇ ਨਾਲ ਹੋ ਸਕਦੀ ਹੈ, ਪਰ ਸਾਡੇ ਸਾਹਿਬਜ਼ਾਦੇ 5 ਸਾਲ ਦੇ ਹਰਗੋਬਿੰਦ ਸਾਹਿਬ ਦਾ ਕੀ ਦੋਸ਼? ਤੂੰ ਬ੍ਰਾਹਮਣ ਨੂੰ 500 ਰੁਪਈਏ ਦਾ ਲਾਲਚ ਦੇ ਕੇ ਕਿਉਂ ਤੂੰ ਸਾਡੇ ਸਾਹਿਬਜ਼ਾਦੇ ਨੂੰ ਦਹੀਂ ਵਿੱਚ ਜ਼ਹਿਰ ਦਵਾਇਆ? ਇਹੋ ਜਿਹੇ ਬਚਨ ਮਹਾਰਾਜ ਦੇ ਸੁਣ ਕੇ ਪ੍ਰਿਥੀ ਚੰਦ ਹੁਣ ਵੱਡਾ ਪਾਪੀ ਕਹਿੰਦਾ, ਮਹਾਰਾਜ ਮੈਂ ਤੁਹਾਡਾ ਭਰਾ ਹਾਂ ਵੱਡਾ, ਤੇ ਹਰਗੋਬਿੰਦ ਸਾਹਿਬ ਮੇਰਾ ਰਿਸ਼ਤੇ ਵਿੱਚ ਭਤੀਜੇ ਲੱਗਦੇ ਆ। ਮੈਨੂੰ ਕੀ ਲੋੜ ਪਈ ਵੀ ਮੈਂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਵਾਵਾਂ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚਾਹੁੰਦੇ ਸੀ ਚਲੋ ਪ੍ਰਿਥੀ ਚੰਦ ਤੌਬਾ ਕਰੇ ਆਪਦੇ ਗੁਨਾਹਾਂ ਤੋਂ, ਪਰ ਨਹੀਂ, ਹੋਰ ਦੀ ਹੋਰ ਚੜ੍ਹਦਾ ਜਾਂਦਾ ਹੈ। ਕਹਿੰਦਾ ਤੁਸੀਂ ਰੋਜ਼ ਹੀ ਨਵੀਂ ਸ਼ੋਸ਼ਾ ਛੱਡ ਦਿੰਦੇ ਹੋ, ਕੋਈ ਰੋਜ਼ ਹੀ ਮੇਰੇ 'ਤੇ ਝੂਠੇ ਇਲਜ਼ਾਮ ਲਾਉਂਦੇ ਹੋ। ਮੈਂ ਤੁਹਾਨੂੰ ਕੀ ਅੰਮ੍ਰਿਤਸਰ ਸਾਹਿਬ ਰਹਿੰਦਾ ਚੰਗਾ ਨਹੀਂ ਲੱਗਦਾ? ਗੁਰਿਆਈ ਤਾਂ ਤੁਸੀਂ ਲੈ ਹੀ ਲਈ ਹੈ ਪਿਤਾ ਜੀ ਪਾਸੋਂ, ਕੀ ਹੁਣ ਮੈਨੂੰ ਜਾਨੋਂ ਮਾਰਨਾ? ਕਿਉਂ ਮੇਰੀ ਨਿੰਦਾ ਕਰਵਾਉਂਦੇ ਹੋ? ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ। ਜਦੋਂ ਮੁੱਕਰਦਾ ਦਿਸਿਆ ਤੇ ਮਹਾਰਾਜ ਨੇ ਸਿੱਖ ਨੂੰ ਕਹਿ ਕੇ ਉਹ ਬ੍ਰਾਹਮਣ ਨੂੰ ਮੂੰਹ ਤੇ ਲੈ ਆਂਦਾ। ਉਹ ਹੈ ਮਹਾਰਾਜ ਦੇ ਘਰ ਹੀ ਬਿਠਾਇਆ ਹੋਇਆ ਸੀ। ਉਹ ਕਹਿੰਦਾ, ਉਹ ਪ੍ਰਿਥੀ ਚੰਦ ਸ਼ਰਮ ਕਰ ਭਾਈ, ਸ਼ਰਮ ਵੇਖ, ਅਜੇ ਰਾਤ ਦੀ ਗੱਲ ਹੈ, ਕਿਹੜਾ ਕੋਈ ਬਹੁਤੀ ਪੁਰਾਣੀ ਗੱਲ ਹੈ। ਤੂੰ ਮੈਨੂੰ ਘਰ ਵਿੱਚ ਸੱਦ ਕੇ ਨਹੀਂ 500 ਰੁਪਈਏ ਦਾ ਲਾਲਚ ਦਿੱਤਾ ਤੇ ਆਖਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਤੂੰ ਦਹੀਂ ਦੇ, ਕਿਉਂਕਿ ਤੂੰ ਉਹਦਾ ਖੜਾਉਣਾ ਰਹਿਣਾ ਸਾਰਾ ਦਿਨ। ਜੇ ਹਰਗੋਬਿੰਦ ਸਾਹਿਬ ਜੀ ਨਾ ਰਹੇ ਤੇ ਗੁਰਿਆਈ ਸਾਡੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਮੇਰੇ ਨਾਲ ਗੱਲ ਕਰ ਅੱਖ ਮਿਲਾ ਕੇ, ਐਂ ਕਿਵੇਂ ਮੁੱਕਰੇ ਤੂੰ? ਪ੍ਰਿਥੀ ਚੰਦ ਢੀਠ ਵੱਡਾ ਹੈ, ਕਹਿੰਦਾ ਮਹਾਰਾਜ ਲਓ ਸੁਣੋ, ਇਹਨੂੰ ਵੀ ਖਰੀਦ ਲਿਆ। ਇਹਨੂੰ ਪੈਸੇ ਮੈਂ ਨਹੀਂ, ਮਾਇਆ ਤਾਂ ਤੁਸੀਂ ਦਿੱਤੀ ਲੱਗਦੀ ਹੈ ਵੀ ਪ੍ਰਿਥੀ ਚੰਦ ਦਾ ਨਾਂ ਲਾਵੇਗਾ ਆਪੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਨ 'ਚ ਵਿਚਾਰਦੇ ਵੀ, ਜਾਂ ਪ੍ਰਿਥੀ ਚੰਦ ਨੂੰ ਕਹਿੰਦੇ, ਪ੍ਰਿਥੀ ਚੰਦ ਭਰਾ ਤਾਂ ਅਸੀਂ ਤਾਂ ਸੋਚਦੇ ਸੀ ਵੀ ਚਲੋ ਤੁਹਾਨੂੰ ਕੋਈ ਮੱਤ ਆ ਜਾਵੇਗੀ ਵੀ ਅਗਾਂਹ ਹੀ ਔਗਣ ਤੇ ਗੁਣ ਦੀ ਪਛਾਣ ਰੱਖੋਗੇ, ਪਾਪ ਪੁੰਨ ਦੀ ਪਛਾਣ ਰੱਖੋਗੇ, ਪਰ ਤੁਹਾਡਾ ਤਾਂ ਪਾਪਾਂ ਨਾਲ ਬਹੁਤ ਹੀ ਪਿਆਰ ਲੱਗਦਾ ਹੈ ਵੀ ਤੁਸੀਂ ਸ਼ਰਮਿੰਦਾ ਹੋਣ ਦੀ ਬਜਾਏ ਬੇਸ਼ਰਮਾ ਵਾਂਗੂ ਹੁਣ ਝਗੜਾ ਕਰਦੇ ਹੋ। ਬ੍ਰਾਹਮਣ ਮੂੰਹ ਤੇ ਕਹਿ ਰਿਹਾ ਤੁਹਾਡੇ, ਤੇ ਉਲਟਾ ਝਗੜਾ ਕਰਨ ਤੇ ਤੁਲੇ ਹੋ। ਜਿਹੜੀ ਗੁਰਿਆਈ ਤੇ ਤੁਸੀਂ ਅੱਖ ਰੱਖਦੇ ਹੋ ਨਾ, ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦਵਾਉਂਦੇ ਹੋ, ਉਹ ਸਾਨੂੰ ਗੁਰਤਾ ਦਾ ਤਖਤ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਤੇ ਸੇਵਾ 'ਚੋਂ ਮਿਲਿਆ। ਉਹਦਾ ਖਿਆਲ ਮਨ 'ਚੋਂ ਕੱਢ ਦਿਓ। ਇਸ ਤਰ੍ਹਾਂ ਦੇ ਬਚਨ ਹਜ਼ੂਰ ਨੇ ਪ੍ਰਿਥੀ ਚੰਦ ਨੂੰ ਆਖੇ। ਤੇ ਇਹ ਅਗਿਆਨ ਮੱਤੀ ਪ੍ਰਿਥੀ ਚੰਦ ਫਿਰ ਜਿਵੇਂ ਮਹਾਰਾਜ ਨੂੰ ਅੱਗੇ ਬੋਲਦਾ ਹੈ, ਝਗੜਾ ਕਰਦਾ ਹੈ, ਉਹ ਸਾਰਾ ਪ੍ਰਸੰਗ ਜਾਵੇਗਾ ਜਿਵੇਂ ਆਉਂਦਾ ਹੈ। ਚਿੱਤ ਬਿਰਤੀ ਇਕਾਗਰ ਕਰੋ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਓ, ਰਸਨਾ ਕਰੋ ਜੀ ਪਵਿੱਤਰ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬੋਲਿਓ ਪਾਪ ਮਤ ਆ ਬਲਾਉ ਨ ਕੀਨ ਕੁਛ। ਮਹਾਰਾਜ ਕਹਿੰਦੇ ਪ੍ਰਿਥੀ ਚੰਦ ਜਿਹੜੀ ਗੁਰਿਆਈ
ਲੈਣ ਨੂੰ ਫਿਰਦਾ, ਸਾਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦਇਆ ਕਿਰਪਾ 'ਚੋਂ ਇਹ ਤਖਤ ਪ੍ਰਾਪਤ ਹੋਇਆ, ਤੇ ਮਤਾ ਖਿਆਲ ਕਰ ਵੀ ਇਹ, ਕਿਉਂਕਿ ਤੂੰ ਇਸ ਮੁਕੱਦਸ ਪਵਿੱਤਰ ਤਖਤ ਤੇ ਬਹਿਣ ਦੇ ਯੋਗ ਨਹੀਂ ਹੈ, ਤਾਂ ਹੀ ਪਿਤਾ ਜੀ ਨੇ ਤੈਨੂੰ ਮਨੋਂ ਵਸਾਰਿਆ। ਤੂੰ ਖਾਰਜ ਕੀਤਾ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚੋਂ। ਸੁਣ ਕੇ ਪ੍ਰਿਥੀ ਚੰਦ ਬਹੁਤ ਲੋਹਾ ਲਾਖਾ ਹੋਇਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਪ੍ਰਿਥੀ ਚੰਦ ਫੇਰ ਬੋਲਿਆ ਹੈ, ਭੈੜੀ ਮੱਤ ਜੀ ਦੀ ਪਾਪਾਂ ਵਾਲੀ ਹੈ। ਆਬ ਲਾਉ ਨ ਕੀਨ ਕੁਛ। ਹੁਣ ਤੱਕ ਤਾਂ ਮੈਂ ਕੀਤਾ ਹੀ ਕੁਛ ਨਹੀਂ। ਮਹਾਰਾਜ ਨੂੰ ਪ੍ਰਿਥੀ ਚੰਦ ਕਹਿੰਦਾ, ਇਹ ਭਰਾਤਾ ਗੁਰੂ ਅਰਜਨ ਦੇਵ, ਅਜੇ ਤੱਕ ਤਾਂ ਮੈਂ ਕੀਤਾ ਹੀ ਕੱਖ ਨਹੀਂ। ਮਤਾ ਖਿਆਲ ਕਰੋ ਵੀ ਮੈਂ ਕੁਝ ਕੀਤਾ ਹੈ। ਅਜੇ ਤੱਕ ਦਾ ਜ਼ੋਰ ਪ੍ਰਿਥੀ ਚੰਦ ਨੇ ਲਾਇਆ ਹੀ ਨਹੀਂ ਹੈ। ਉਦਮ ਕਰੈ ਹਉ ਆਸੋ ਆਦਿਕ ਵਿਚਾਰ ਕੈ। ਪਰ ਤੁਸੀਂ ਹੁਣ ਮੈਨੂੰ ਆਖਦੇ ਹੋ ਵੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਿੱਤਾ ਹੈ। ਅਜੇ ਤਾਂ ਮੈਂ ਕੁਝ ਕੀਤਾ ਹੀ ਨਹੀਂ। ਕਹਿੰਦੇ ਤੁਸੀਂ ਕਹਿੰਦੇ ਵੀ ਤਖਤ ਲੈਣ ਪਿੱਛੇ ਗੁਰਿਆਈ ਲੈਣ ਦੀ ਉਦਮ ਕਰਦਾ, ਅਜੇ ਨਹੀਂ ਕੁਝ ਕੀਤਾ, ਪਰ ਹੁਣ ਕਰਾਂਗਾ। ਹੁਣ ਇਹੋ ਜਿਹਾ ਬਲ ਕਰਾਂਗਾ ਮੈਂ, ਵਿਚਾਰ ਕੇ ਸੋਚ ਸਮਝ ਕਰਕੇ ਬੜਾ ਭਾਰੀ ਜ਼ੋਰ ਪਾਵਾਂਗਾ। ਹੁਣ ਗੁਰਿਆਈ ਲੈਣ ਦਾ ਮੈਂ ਅਸਲੀ ਜ਼ੋਰ ਲਾ ਕੇ ਵਿਖਾਵਾਂਗਾ। ਪੁੱਤਰ ਕੇ ਸਮੇਤ ਤੋਹਿ ਜਾਮ ਕੇ ਨਿਕੇਤ ਪਠੋ। ਤੇ ਹੇ ਅਰਜੁਨ ਦੇਵ ਭਰਾਤਾ, ਤੁਹਾਨੂੰ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਦੇ ਸਮੇਤ ਹੀ ਹੁਣ ਜਾਮ ਦੇ ਧਾਮ ਨੂੰ ਕਲਾਵਾਂਗਾ, ਭਾਵ ਜਾਨੋਂ ਮਾਰ ਮੁਕਾਵਾਂਗਾ। ਨਾ ਤਾਂ ਮੈਂ ਤੁਹਾਨੂੰ ਛੱਡਣਾ ਤੇ ਨਾ ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਜਿਉਂਦਾ ਛੱਡਾਂਗਾ। ਕੋ ਦਿਨ ਬੀਤਲੇ ਹੋ ਠੀਕ ਔਰ ਧਾਰ ਮੈਂ। ਤੇ ਆਪਦੇ ਮਨ ਵਿੱਚ ਚੰਗੀ ਗੱਲ ਹੁਣ ਧਾਰ ਲਓ, ਵਿਚਾਰ ਲਓ, ਤੇ ਮਨ ਵਿੱਚ ਇਹ ਮੇਰੀ ਗੱਲ ਕੰਨ ਖੋਲ ਕੇ ਤੇ ਮਹਾਰਾਜ ਪੱਲੇ ਬੰਨੋ। ਤੁਹਾਨੂੰ ਤੇ ਤੁਹਾਡੇ ਸਾਹਿਬਜ਼ਾਦੇ ਨੂੰ ਦੋਹਾਂ ਨੂੰ ਮੈਂ ਬਸ ਕੋਈ ਸਮਾਂ ਹੀ ਜਾਂਦਾ, ਕੋਈ ਦਿਨ ਹੀ ਲੰਘਦਾ, ਤੇ ਜਮ ਦੇ ਧਾਮ ਨੂੰ ਭੇਜਾਂਗਾ, ਮਾਰ ਮੁਕਾਵਾਂਗਾ। ਮੈਂ ਤੋ ਵੱਡੋ ਪੂਤ ਤਿਆਗ ਦੀਨ ਸੋ ਪਿਤਾ ਨ ਆਪ। ਮੈਂ ਵੱਡਾ ਸਾਹਿਬਜ਼ਾਦਾ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਿਥੀ ਚੰਦ, ਜਿਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਤਿਆਗ ਦਿੱਤਾ ਸੀ, ਛੱਡ ਦਿੱਤਾ ਸੀ ਤਖਤ ਦੇਣ ਤੋਂ। ਬੈਸ ਮੇ ਅਲਪ ਲੀਨ ਗੋਰਤਾ ਹੰਕਾਰ ਕੈ। ਤੇ ਤੁਸੀਂ ਗੁਰੂ ਅਰਜਨ ਦੇਵ ਉਮਰ 'ਚ ਛੋਟੇ ਸੀ ਮੇਥੋਂ, ਗੁਰਤਾ ਦਾ ਤਖਤ ਲੈ ਕੇ ਤੇ ਮਨ ਵਿੱਚ ਬੜੇ ਹੰਕਾਰੇ ਫਿਰਦੇ ਹੋ। ਕੋਈ ਤੋ ਕਰੈ ਗੁਨਿਆਏ ਕੈਸੇ ਕੈ ਅਨਿਆਏ ਹੋਏ। ਤੇ ਮੈਂ ਸੋਚਿਆ ਸੀ ਵੀ ਚਲੋ ਕੋਈ ਨਾ ਕੋਈ ਤਾਂ ਤੁਸੀਂ ਨਿਆਂ ਕਰੋਗੇ ਹੀ ਨਾ, ਵੀ ਮੇਰੇ ਨਾਲ ਕਿਵੇਂ ਅਨਿਆਂ ਹੋ ਜਾਵੇਗਾ। ਨਾ ਤੁਰ ਅੰਧੇਰ ਪੌਰ ਜਾਗੋ ਵਿਚਾਰ ਕੈ। ਤੇ ਨਹੀਂ ਤਾਂ ਵਿਚਾਰ ਤੋਂ ਬਿਨਾਂ ਸੰਸਾਰ ਦੇ ਵਿੱਚ ਹਨੇਰ ਪਿਆ ਮੈਨੂੰ ਜਾਪਦਾ ਹੈ। ਸ਼੍ਰੀ ਗੁਰੂ ਬਖਾਨੀ ਕੁਛ ਨਹੀਂ ਨਹਿਰੀਤ ਠਾਨੀ। ਤੇ ਪ੍ਰਿਥੀ ਚੰਦ ਕਹਿੰਦਾ ਵੀ ਤੁਸੀਂ ਛੋਟੇ ਭਰਾ ਤੇ ਮੈਂ ਵੱਡਾ, ਸੋਚਿਆ ਚਲੋ ਕੋਈ ਤਾਂ ਵਿਚਾਰ ਕਰੋਗੇ ਤੁਸੀਂ ਮੇਰੇ ਬਾਬਤ। ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਣ ਕੇ ਤੇ ਫਿਰ ਬੋਲੇ ਆ ਪ੍ਰਿਥੀ ਚੰਦ ਤਾਈ ਵੀ ਗੁਰੂ ਰਾਮਦਾਸ ਮਹਾਰਾਜ ਨੇ ਕਿਹੜਾ ਨਵੀਂ ਰੀਤੀ ਠਾਨੀ ਹੈ ਮੇਰੇ ਭਰਾਤਾ। ਇਹ ਪ੍ਰਿਥੀ ਚੰਦ ਕਹਿੰਦਾ ਨਾ ਵੀ ਗੁਰੂ ਰਾਮਦਾਸ ਪਿਤਾ ਨੇ ਕਿਹੜਾ ਚੰਗਾ ਕੀਤਾ, ਮੈਨੂੰ ਵੱਡੇ ਨੂੰ ਛੱਡ ਦਿੱਤਾ ਤੇ ਛੋਟੇ ਭਰਾ ਨੂੰ ਗੁਰਿਆਈ ਦਾ ਤਖਤ ਦੇ ਦਿੱਤਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਪ੍ਰਿਥੀ ਚੰਦ, ਸਤਿਗੁਰੂ ਰਾਮਦਾਸ ਮਹਾਰਾਜ ਨੇ ਕੋਈ ਨਵੀਂ ਲੀ ਨਹੀਂ ਤੋਰੀ ਸੰਸਾਰ ਤੇ। ਆਦ ਹੂੰ ਤੇ ਚੱਲੀ ਆਏ ਬੇਦਤ ਜਗਤ ਹੈ। ਇਹ ਤਾਂ ਮੁੱਢ ਕਦੀਮੋਂ ਹੀ, ਭਾਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਹੀ ਚੱਲੀ ਆਉਂਦੀ ਹੈ, ਕੋਈ ਨਵੀਂ ਰੀਤੀ ਨਹੀਂ। ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਨੇ ਕੀਤੀ ਹੈ ਪ੍ਰਗਟ ਪ੍ਰਤੱਖ ਸੰਸਾਰ ਵਿੱਚ। ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਭ ਜਾਣਦੇ ਆ। ਭਏ ਗੁਰੂ ਨਾਨਕ ਸਪੁੱਤਰ ਦੋਏ ਮਹਾਮਤ। ਕਿਉਂਕਿ ਬੜੇ ਸਿਆਣੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਲਖਮੀ ਚੰਦ ਤੇ ਪ੍ਰਿਥੀ ਚੰਦ, ਵਾਹਿਗੁਰੂ ਸ਼੍ਰੀ ਚੰਦ। ਇਹ ਦੋਵੇਂ ਸਾਹਿਬਜ਼ਾਦੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ, ਬੜੇ ਸੋਚ ਸਮਝ ਵਾਲੇ ਸਿਆਣੇ ਮੰਨੀਦੇ ਸਨ। ਸੇਵਾ ਨਹਿ ਲੱਗੇ ਲੀਣ ਸੇਵਾ ਜੋ ਲਗਤ ਹੈ। ਪਰ ਸੇਵਾ ਨਹੀਂ ਨਾ ਕੀਤੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੇਵਾ ਨਹੀਂ ਸੀ ਕਰ ਸਕੇ। ਸਿਆਣੇ ਤੋਂ ਵੀ ਬਹੁਤ ਸੀ ਤੇਰੇ ਵਾਂਗੂ, ਪਰ ਉਹਨਾਂ ਨੇ ਸੇਵਾ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦੀ ਕੀਤੀ। ਗੁਰਤਾ ਨੂੰ ਆਪਦੀ ਜਗੀਰ ਸਮਝਦੇ ਸਨ ਵੀ ਸਾਨੂੰ ਹੀ ਮਿਲੇਗੀ ਸਾਡੇ ਬਾਪ ਦੀ ਪਿਤਾ ਦੀ ਵਸਤੂ।
ਤੇ ਜਿਹਨੇ ਸੇਵਾ ਕੀਤੀ ਉਹਨੂੰ ਅੱਜ ਸਭ ਸੰਸਾਰ ਜਾਣਦਾ ਹੈ। ਦੂਜੇ ਗੁਰੂ ਅੰਗਦ ਉਤਾਰ ਉਦਾਰ ਚਿਤ ਗਿਆਨ ਰੂਪ। ਉਹ ਭਾਈ ਲਹਿਣਾ ਜੀ ਹੋਏ। ਬਾਅਦ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਗਟ ਪ੍ਰਤੱਖ ਸਾਰੇ ਸੰਸਾਰ ਵਿੱਚ ਦੂਜੇ ਗੁਰੂ ਕਹਾਏ ਤੇ ਬੜੇ ਉਦਾਰ ਚਿੱਤ, ਬੜੇ ਖੁੱਲੇ ਚਿੱਤ, ਸਖੀ ਚਿੱਤ ਸਨ ਤੇ ਗਿਆਨ ਦਾ ਰੂਪ ਹੋਏ ਹੈ। ਉਹ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰੂ ਬਣੇ ਆ, ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਨੇ ਬਣਾਇਆ ਹੈ। ਦੋਨੋਂ ਸੁਤ ਦੀਨ ਨਹੀਂ ਲੀਨ ਜੋ ਭਗਤ ਹੈ। ਤੇ ਅੱਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤਖਤ ਲਿਆ ਤੇ ਸਾਹਿਬਜ਼ਾਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਉਹ ਖਾਲੀ ਰਹਿ ਗਏ ਸੀ, ਸੇਵਾ ਨਹੀਂ ਕੀਤੀ ਤੇ ਸੇਵਾ ਕਰਨ ਵਾਲੇ ਭਾਈ ਲਹਿਣਾ ਜੀ ਨੂੰ ਗੁਰਤਾ ਮਿਲੀ ਹੈ ਸੀ। ਤੀਜੇ ਗੁਰੂ ਅਮਰ ਬਿਰਾਜੇ ਤਿਨ ਦੋਏ ਨੰਦ। ਤੇ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਤੇ ਬੈਠੇ ਤੇ ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਸਨ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ। ਫਿਰ ਸੇਵਾ ਉਹਨਾਂ ਵੀ ਨਾ ਕੀਤੀ, ਪਿਤਾ ਦੇ ਹੁਕਮ ਤੋਂ ਬਾਹਰੇ ਸਨ ਤੇ 12 ਸਾਲ ਬਿਆਸ ਦਰਿਆ ਤੋਂ ਖਡੂਰ ਸਾਹਿਬ ਤੀਕਰ ਗਾਗਰ ਢੋ ਢੋ ਕੇ ਬੇਨਾਗਾ ਪਾਏ ਨੰਗੇ ਪੈਰੀਂ ਉਹ ਬਜ਼ੁਰਗ ਬਾਬਾ ਅਮਰਦਾਸ ਨੇ ਸੇਵਾ ਕੀਤੀ। ਤੇ ਹੇ ਪ੍ਰਿਥੀ ਚੰਦ, ਯਾਦ ਤੈਨੂੰ ਕੁਝ ਨਹੀਂ ਭੁੱਲਿਆ ਹੋਇਆ। ਸੇਵਾ ਦੇ ਵਿੱਚੋਂ ਫਿਰ ਧੰਨ ਗੁਰੂ ਅਮਰਦਾਸ ਪ੍ਰਗਟ ਹੋਏ ਸਨ। ਤੀਸਰੇ ਥਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਪ੍ਰਾਪਤ ਹੋਇਆ ਹੈ ਸੀ। ਛੂਛੇ ਰਹੇ ਆਨ ਥਾਨ ਜੋਤ ਸੋ ਜਗਤ ਹੈ। ਤਿੰਨ ਦੋਏ ਨੰਦ ਛੂਛੇ ਰਹੇ। ਉਹਨਾਂ ਦੇ ਦੋ ਸਾਹਿਬਜ਼ਾਦੇ ਸੀ ਗੁਰੂ ਅਮਰਦਾਸ ਮਹਾਰਾਜ ਦੇ ਤੇ ਆਪਣੇ ਰਿਸ਼ਤੇ ਵਿੱਚ ਪ੍ਰਿਥੀ ਚੰਦ ਉਹ ਮਾਮੇ ਲੱਗਦੇ ਸਨ, ਬਾਬਾ ਮੋਹਣ ਜੀ ਤੇ ਧੰਨ ਬਾਬਾ ਮੋਹਰੀ ਜੀ। ਇਹ ਤਖਤ ਤੇ ਜੋ ਤਖਤ ਦੇ ਯੋਗ ਹੁੰਦਾ, ਲਾਇਕ ਹੁੰਦਾ ਹੈ, ਉਹ ਬਹਿੰਦਾ ਪ੍ਰਿਥੀ ਚੰਦ। ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ ਵੀ ਦੋ ਸਾਹਿਬਜ਼ਾਦੇ ਹੋਏ, ਪਰ ਉਹ ਵੀ ਗੁਰਿਆਈ ਤੋਂ ਖਾਲੀ ਰਹੇ ਸਨ। ਆਣ ਥਾਣ ਜੋਤ ਸੋ ਜਗਤ ਹੈ। ਗੁਰੂ ਰਾਮਦਾਸ ਮਹਾਰਾਜ ਜਿਹੜੇ ਆਪਣੇ ਪਿਤਾ ਹੋਏ, ਉਹਨਾਂ ਨੇ ਕਿੰਨਾ ਸਮਾਂ ਟੋਕਰੀ ਢੋਈ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰ ਕਰਕੇ ਆਪਣੇ ਨਾਨਾ ਸ਼੍ਰੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਤਰੁੱਠ ਲਿਆ ਸੀ, ਖੁਸ਼ ਕਰ ਲਿਆ, ਜਿਸ ਤੋਂ ਸਾਡੇ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਤਖਤ ਤੇ ਚੌਥੇ ਪਾਤਸ਼ਾਹ, ਸੰਸਾਰ ਵਿੱਚ ਤਿੰਨਾਂ ਦੀ ਜੋਤ ਜਗਮਗ ਹੋ ਰਹੀ, ਪ੍ਰਗਟ ਪ੍ਰਤੱਖ ਸਭ ਜਾਣਦੇ ਆ। ਚੌਥੇ ਗੁਰੂ ਰਾਮਦਾਸ ਪਰਮ ਪ੍ਰਕਾਸ਼ਵਾਨ। ਫਿਰ ਚੌਥੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਣ ਕੇ ਬੜੇ ਪ੍ਰਕਾਸ਼ ਵਾਲੇ ਹੋਏ ਆ, ਵੱਡੇ ਹੀ। ਸੇਵਕ ਦੀ ਜਾਨ ਕਹਿ ਬਿਠਾਏ ਗਾਦੀ ਹਮਕੋ। ਤੇ ਹੁਣ ਅਸੀਂ ਤਾਂ ਨਹੀਂ ਨਾ ਆਪ ਗੁਰਿਆਈ ਲਈ ਪ੍ਰਿਥੀ ਚੰਦ, ਲਾਹੌਰ ਦੀ ਘਟਨਾ ਤੈਨੂੰ ਯਾਦ ਹੀ ਹੈ। ਅਸੀਂ ਤਾਂ ਮਹਾਰਾਜ ਦੇ ਬਚਨ ਮੰਨੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੇ। ਹੁਣ ਉਹਨਾਂ ਨੂੰ ਖਰੇ ਕੀ ਦਿਸਿਆ ਹੈ ਤੇ ਸਾਡੇ ਵਰਗਿਆਂ ਤੇ ਰੁਲਦਿਆਂ ਫਿਰਦਿਆਂ ਤੇ ਦਇਆ ਕੀਤੀ। ਹੇ ਪ੍ਰਿਥੀ ਚੰਦ, ਸੇਵਾ ਕੀਤੀ ਜਾਣ ਕੇ ਸਾਡੇ ਪਿਤਾ, ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਇਸ ਗੁਰਿਆਈ ਤਖਤ ਤੇ ਬਿਠਾ ਦਿੱਤਾ। ਜਥਾ ਜੋਗ ਜਾਣੈ ਕੇ ਅਜੋਗ ਕੋ ਬਖਾਨੈ ਇਸ। ਗੁਰੂ ਰਾਮਦਾਸ ਮਹਾਰਾਜ ਜਥਾ ਜੋਗ ਸੀਗਾ ਮਹਾਰਾਜ ਨੇ ਕੀਤਾ। ਤੂੰ ਕਿਵੇਂ ਸਾਰੇ ਕਿਸੇ ਨੂੰ ਅਯੋਗ ਕਹਿ ਸਕਦਾ, ਜਾਂ ਹੋਰ ਕੌਣ ਹੈ ਜਿਹੜਾ ਇਹ ਗੱਲ ਕਹਿ ਸਕਦਾ ਵੀ ਤਖਤ ਪੁੱਤਰਾਂ ਦਾ ਹੀ ਹੈ ਕੇਵਲ? ਇਹ ਤਾਂ ਸੇਵਾ ਦਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਇਤਿਹਾਸ ਫਰੋਲ ਕੇ ਵੇਖ ਪ੍ਰਿਥੀ ਚੰਦ, ਸੁਣ ਕੇ ਵੇਖ, ਇਹ ਤਖਤ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਰਿਹਾ ਹੈ। ਕੌਣ ਇਸ ਗੱਲ ਨੂੰ ਉਲਟਾ ਸਕਦਾ ਹੈ? ਜਹਾਂ ਕਹਾਂ ਮਨ ਨਹਿ ਪਾਵੇ ਅਬ ਤੁਮ ਕੋ। ਤੋ ਇਸ ਤਰ੍ਹਾਂ ਜਿੱਥੇ ਕਿਥੇ ਇਹ ਗੱਲ ਮੰਨੀ ਜਾਂਦੀ ਹੈ ਵੀ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਸੇਵਕ ਦਾ ਹੈ, ਤੇ ਜਿੱਥੇ ਮਰਜੀ ਹੁਣ ਤੂੰ ਰੌਲਾ ਪਾਉਂਦਾ ਫਿਰ ਭਾਈ ਪ੍ਰਿਥੀ ਚੰਦ, ਇਹ ਤਖਤ ਹੁਣ ਤੈਨੂੰ ਐ ਗੱਲੀ ਪ੍ਰਾਪਤ ਨਹੀਂ ਹੋਵੇਗਾ। ਈਰਖਾ ਕਰੇ ਤੇ ਇਹ ਕਰੇ ਦੇ ਕੋ ਸੰਤਾਪ ਲੇ। ਜੇ ਈਰਖਾ ਕਰੇਗਾ ਨਾ ਪ੍ਰਿਥੀ ਚੰਦ, ਸਾਡੇ ਨਾਲ ਮਿਲਣਾ ਕੁਝ ਹੈ ਨਹੀਂ, ਕੱਲਾ ਸੰਤਾਪ ਹੀ ਹੈ। ਆਪਦਾ ਕਲੇਜਾ ਰਿਦਾ ਹੀ ਸਾੜਨਾ, ਜਿੰਨਾ ਮਰਜੀ ਸਾੜੀ ਜਾਓ। ਦੇਖ ਦੇਖ ਪਾਏ ਦੁੱਖ ਪਾਏ ਨਹੀਂ ਸਮ ਕੋ। ਤੇ ਦੇਖ ਦੇਖ ਕੇ ਤੂੰ ਦੁੱਖ ਹੀ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ, ਸਾਨੂੰ ਇਸ ਤਖਤ ਤੇ ਬੈਠਿਆਂ ਸਾਡੀ ਬਰਾਬਰੀ ਤਾਂ ਹੁਣ ਤੂੰ ਕਰਨੋਂ ਨਾ ਰਿਹਾ, ਕਿਉਂਕਿ ਤਖਤ ਵੱਡਾ ਹੈ।
ਜਤਨ ਅਨੇਕ ਤੇ ਵਿਵੇਕਹੀਨ ਗੁਰੂ ਹੋਵੈ ਨਾ। ਤੇ ਅਨੇਕਾਂ ਯਤਨ ਵੀ ਜੇ ਪ੍ਰਿਥੀ ਚੰਦ ਤੈਂ ਕਰ ਲਵੇਂ, ਵਿਵੇਕ ਜੀਵ ਈਸ਼ ਦੀ ਏਕਤਾ ਵਾਲੀ ਆਤਮ ਸ਼ੈਣੀ ਬੁੱਧ ਭਾਵ ਗਿਆਨ ਤੋਂ ਬਿਨਾ ਤੂੰ ਗੁਰੂ ਨਹੀਂ ਬਣ ਸਕਦਾ। ਜਿੰਨਾ ਮਰਜੀ ਛਾਤੀ ਥਾਪੜ ਥਾਪੜ ਸੰਗਤਾਂ ਵਿੱਚ ਆਖੀ ਜਾ। ਕੈਸੇ ਭਾਰ ਧਾਰ ਹੈ ਵਿਚਾਰ ਤਿਆਗ ਗਮ ਕੋ। ਇਹ ਗੁਰਿਆਈ ਦਾ ਮੁਕੱਦਸ ਤਖਤ ਦਾ ਭਾਰ ਤੂੰ ਕਿਵੇਂ ਆਪਦੇ ਮੋਢਿਆਂ ਤੇ ਸਹਾਰ ਸਕਦਾ ਹੈ? ਤੇਰੇ ਵਿੱਚ ਵਿਵੇਕ ਨਹੀਂ ਹੈ। ਸ਼ੁਭ ਗੁਣਾ ਤੂੰ ਹੀਣਾ ਪ੍ਰਿਥੀ ਚੰਦ ਤੈਂ, ਭਾਰ ਬਹੁਤ ਵੱਡਾ ਹੈ। ਵਿਚਾਰ ਇਸ ਗੱਲ ਦੀ ਕਰ, ਤਿਆਗ ਗਮ ਕੋ। ਆਪਦੇ ਮਨ 'ਚ ਜਿਹੜਾ ਸਾਡੇ ਪਰਥਾਏ ਦੁੱਖ ਹੈ ਨਾ, ਤੈਨੂੰ ਉਹਨੂੰ ਤਿਆਗ ਦੇ ਮੇਰਾ ਭਰਾ। ਤੁਹਾਨੂੰ ਇਹੀ ਸ਼ੋਭਾ ਦਿੰਦਾ ਪ੍ਰਿਥੀ ਚੰਦ। ਇਹ ਮਨ ਦਾ ਗਮ ਹੁਣ ਤੁਸੀਂ ਛੱਡ ਦਿਓ ਗੁਰਿਆਈ ਨੂੰ ਵੇਖ ਵੇਖ ਕੇ ਝੁਰਨ ਵਾਲਾ। ਸੁਣ ਕੈ ਸੋ ਪਾਇਓ ਦੁਖ ਬੋਲਿਓ ਕਰ ਲਾਲ ਮੁਖ। ਤੇ ਪ੍ਰਿਥੀ ਚੰਦ ਸਾਧ ਸੰਗ ਦਿਓ ਕਹਿੰਦੇ ਆ ਨਾ, ਚੋਇਨੇ ਸੋਇਨਾ ਪਾਈਐ ਮੁੜ ਮੁੜ ਖਾਵੇ ਘਾਹੋ। ਕੋਈ ਸੋਨਾ ਪਾਈ ਜਾਵੇ, ਹੁਣ ਜਿਹਦੀ ਪ੍ਰੀਤੀ ਘਾਹ ਨਾਲ ਹੈ ਕਿਸੇ ਪਸ਼ੂ ਜਾਨਵਰ ਦੀ, ਉਹ ਘਾਹ ਹੀ ਖਾਵੇਗਾ ਨਾ। ਸੋਨੇ ਦੀ ਕੀ ਕਦਰ ਜਾਣਦਾ? ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ। ਪ੍ਰਿਥੀ ਚੰਦ ਦੀ ਪ੍ਰੀਤੀ ਪ੍ਰੇਮ ਹੀ ਪਾਪ ਦੇ ਨਾਲ ਹੈ। ਮਹਾਰਾਜ ਸਮਝਾਉਂਦੇ ਐ ਵੀ ਪ੍ਰਿਥੀ ਚੰਦ ਵੇਖ ਝਗੜਾ ਨਾ ਕਰ। ਇਹ ਸਾਡੇ ਨਾਲ ਕਾਹਦੀ ਈਰਖਾ? ਗੁਰੂ ਰਾਮਦਾਸ ਮਹਾਰਾਜ ਦੇ ਬਿਠਾਏ ਤਖਤ ਤੇ ਬੈਠੇ ਆ, ਸੇਵਕ ਦਾ ਤਖਤ ਹੈ ਭਾਈ। ਮਹਾਰਾਜ ਜਾਣਨ ਜੋ ਕੀਤਾ ਚੰਗਾ ਕੀਤਾ। ਆਪਾਂ ਕੌਣ ਹੈ ਮਾੜਾ ਚੰਗਾ ਕਹਿਣ ਵਾਲੇ? ਸੁਣ ਕੇ ਸਮਝਣ ਦੀ ਬਜਾਏ ਲਾਲ ਸੁਰਖ ਮੁਖ ਕਰਕੇ ਦੁੱਖ ਪ੍ਰਾਪਤ ਕਰਕੇ ਸੜਿਆ ਬਲਿਆ ਪ੍ਰਿਥੀ ਚੰਦ ਬੋਲਦਾ ਹੈ। ਬੈਠਨ ਨ ਦੇਉ ਸੁਖ ਬਾਤ ਜੋ ਬਨਾਈ ਅਬ। ਹਾਂ, ਹੇ ਮੇਰੇ ਭਰਾਤਾ ਅਰਜੁਨ ਦੇਵ, ਜਿਹੜੀ ਗੱਲ ਬਣਾ ਕੇ ਦੱਸ ਦਿਓ ਨਾ ਵੀ ਸੇਵਕ ਦਾ ਤਖਤ ਆ ਤੇ ਫਲਾਣਾ ਇਸ ਤਰ੍ਹਾਂ ਇਹਦਾ ਭਾਰ ਨਹੀਂ ਕੋਈ ਚੱਲ ਸਕਦਾ, ਇਹ ਗੱਲਾਂ ਆਪਦੇ ਕੋਲ ਰੱਖੋ। ਜਿਹੜੇ ਤਖਤ ਦਾ ਤੁਸੀਂ ਮਾਣ ਕਰਦੇ ਉਹਦੇ ਤੇ ਮੈਂ ਤੁਹਾਨੂੰ ਸੁੱਖ ਨਾਲ ਬਹਿਣ ਨਹੀਂ ਦੇਵਾਂਗਾ। ਲਗਨ ਕੇ ਪਾਸ ਤੇ ਖਸੋਟ ਤੋ ਜੋ ਬਲੀ ਹੋਏ। ਸਭ ਸੰਸਾਰ ਜਾਣਦਾ ਹੈ ਜਿਹਦੇ ਕੋਲ ਬਲ ਹੈ ਨਾ, ਤੇ ਬਲ ਹੀਣਿਆਂ ਛੋਟਿਆਂ ਮੋਟਿਆਂ ਤੋਂ ਖੋਹਣਾ ਜਾਣਦਾ। ਜੇ ਮਿਲੇ ਨਾ ਵਸਤੂ ਤੇ ਤਾਕਤ ਵਾਲੇ ਲੋਕ ਜਿਹੜੇ ਆ ਖੋਹ ਲੈਂਦੇ ਆ। ਬਲ ਵਾਲੇ ਬਲ ਹੀਣਿਆਂ ਤੋਂ ਖੋਹ ਲੈਂਦੇ ਆ ਜੋ ਚਾਹੀਦਾ ਹੁੰਦਾ ਹੈ। ਜੈਸੇ ਕੈਸੇ ਮਾਰ ਲੈ ਤੋ ਜਾਣਤ ਹੈ ਲੋਕ ਸਭ। ਸਭ ਸੰਸਾਰ ਇਹ ਗੱਲ ਜਾਣਦੇ ਵੀ ਜਿਸ ਤਰ੍ਹਾਂ ਕਿਸ ਤਰ੍ਹਾਂ ਬਲ ਵਾਲੇ ਲੋਕ ਤਾਕਤ ਵਾਲੇ ਤਾਕਤ ਹੀਣਿਆਂ ਤੋਂ ਚੀਜ਼ ਮਾਰ ਲੈਂਦੇ ਆ, ਖੋਹ ਖਿੰਝ ਲੈਂਦੇ ਆ ਜਿਵੇਂ ਬਣ ਆਵੇ। ਪਿਤਾ ਕੀ ਕਰੀ ਕੋ ਫੇਰ ਦੇ ਤੋ ਹੈ ਸੋ ਬਾਲ ਪਾਏ। ਤੇ ਪਿਤਾ ਪੁਰਖੇ ਜੋ ਮਰਜ਼ੀ ਕਰ ਜਾਣ, ਬਲ ਵਾਲੇ ਪਿਤਾ ਦਾਦਿਆਂ ਦੀ ਕੀਤੀ ਨੂੰ ਫੇਰਨ ਦੀ ਸ਼ਕਤੀ ਰੱਖਦੇ ਐ। ਉਹਨਾਂ ਕੋਲ ਬਲ ਹੁੰਦਾ ਫੇਰਨ ਦਾ, ਉਲਟਾਉਣ ਦਾ। ਤੀਸੀ ਅਨੁਸਾਰ ਬਨ ਜਾਤ ਕਹੈ ਜੋ ਸਭ। ਤੇ ਜਿਹੜੇ ਲੋਕ ਹੁੰਦੇ ਆ ਨਾ, ਜਿਹੜੇ ਹੁਣ ਤੇਰੇ ਅੱਗੇ ਆ ਕੇ ਝੁਕਦੇ ਆ ਨਾ, ਹੇ ਅਰਜੁਨ ਦੇਵ, ਕਿਸੇ ਸਮੇਂ ਮੇਰੇ ਅੱਗੇ ਝੁਕਿਆ ਕਰਨਗੇ, ਪ੍ਰਿਥੀ ਚੰਦ ਕਹਿੰਦਾ। ਕਿਉਂਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕੀਤੀ ਹੋਈ ਸਭ ਕਰਨੀ ਤੁਹਾਨੂੰ ਤਖਤ ਦਿੱਤਾ, ਇਹ ਮੈਂ ਸਭ ਖੋਹ ਲਿਆ ਨਾ, ਉਲਟਾ ਦਿੱਤੀ ਪਿਤਾ ਜੀ ਦੀ ਕੀਤੀ, ਤੇ ਸਭ ਫਿਰ ਮੇਰੇ ਅਨੁਕੂਲ ਬਣ ਜਾਣਗੇ, ਮੈਨੂੰ ਗੁਰੂ ਮੰਨ ਲੈਣਗੇ। ਨਿਬਲ ਪੈ ਛੋਰੈ ਕੌਣ ਮੈਂ ਤੋਂ ਰਹਿਓ ਮੌਨ ਧਾਰ। ਤੇ ਕਮਜ਼ੋਰਿਆਂ ਕੋਲ ਕੌਣ ਚੀਜ਼ ਰਹਿਣ ਦਿੰਦਾ ਸੰਸਾਰ ਤੇ। ਹੇ ਮੇਰੇ ਭਰਾਤਾ, ਜਰਾਂਦ ਰੱਖੋ, ਅਜੇ ਤੱਕ ਤਾਂ ਮੈਂ ਚੁੱਪ ਰਿਹਾ ਹਾਂ। ਮੈਂ ਤਾਂ ਐਵੇਂ ਹੀ ਇੰਨੇ ਚਿਰ ਦੀ ਚੁੱਪੀ ਧਾਰੀ ਹੋਈ, ਤੁਹਾਨੂੰ ਤਖਤ ਤੇ ਬੈਠਿਆਂ ਨੂੰ ਸਮਾਂ ਹੋ ਗਿਆ, ਐਵੇਂ ਮੈਂ ਤਾਂ ਤੁਹਾਡਾ ਲਿਹਾਜ਼ ਕੀਤਾ ਹੈ। ਮੈਂ ਆਪਦਾ ਬਲ ਨਹੀਂ ਅਜੇ ਤੱਕ ਤੁਹਾਨੂੰ ਵਿਖਾਇਆ ਹੈ। ਦੇਖਤ ਹੈ ਤਮਾਸ਼ੋ ਆਬ ਜੋਰ ਕਰ ਲਿਉ ਜਬ। ਹੁਣ ਵੇਖੋ ਤਮਾਸ਼ਾ ਫਿਰ ਅਰਜੁਨ ਦੇਵ, ਤੁਸੀਂ ਜਦੋਂ ਆਪਦੇ ਬਲ ਦੇ ਨਾਲ ਮੈਂ ਤੁਹਾਥੋਂ ਤਖਤ ਖੋਵਾਂਗਾ। ਬਲੀ ਜੇ ਅਨੀਤ ਕਰੈ ਮਤ ਵਿਪਰੀਤ ਧਰੈ। ਹਾਂ, ਜਿਹੜੇ ਬਲ ਵਾਲੇ ਹੁੰਦੇ ਆ ਉਹ ਅਨੀਤੀ ਵੀ ਜੇ ਕਰ ਲੈਣ ਨਾ, ਭਾਵ ਅਯੋਗ ਗੱਲ ਵੀ ਕਰ ਦੇਣ, ਤੇ ਮਤ ਵਿਪਰੀਤ ਧਰੈ, ਉਲਟੀ ਮਤ ਧਾਰ ਕਰ ਲੈਣ, ਤਾਂ ਕੋ ਪ੍ਰਭੂ ਹਰੈ ਹਾਰ ਹਾਰ ਜਾਤ ਹੈ ਹੰਕਾਰ ਤੇ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਿਥੀ ਚੰਦ, ਜੇ ਕੋ ਆਪਦੀ ਤਾਕਤ ਦੇ ਨਾਲ ਪਾਪ ਕਰਨ ਵਾਲੇ ਪਾਸੇ ਤੁਲ ਜਾਵੇ ਜਾਂ ਅਨੀਤ ਕਰੇ, ਅਯੋਗ ਗੱਲ ਕਰੇ, ਨਾ ਕਰਨ ਯੋਗ ਕੰਮ ਕਰਨ ਤੇ ਉਤਰ ਆਵੇ, ਆਪਦੀ ਮਤ ਨੂੰ ਪਰਮੇਸ਼ਰ ਦੇ ਦੱਸੇ ਰਸਤੇ ਤੋਂ ਵਿਪਰੀਤ ਕਰ ਲਵੇ, ਤਾਂ ਕੋ ਪ੍ਰਭ ਹਰੈ ਹਾਰ ਜਾਤ ਹੈ ਹੰਕਾਰ ਤੇ। ਉਹਨੂੰ ਪਰਮੇਸ਼ਰ ਮਾਰਦਾ। ਫਿਰ
ਜਿਹੜਾ ਸੰਸਾਰ ਤੇ ਪਰਮੇਸ਼ਰ ਦੇ ਸੱਚ ਦੇ ਰਸਤੇ ਤੋਂ ਉਲਟ ਹੋ ਜਾਂਦਾ ਹੈ ਤੇ ਝੂਠ ਦਾ ਸਹਾਰਾ ਲੈਂਦਾ ਹੈ, ਸੱਚ ਨੂੰ ਨਾਸ਼ ਕਰਨਾ ਚਾਹੁੰਦਾ ਹੈ, ਫਿਰ ਪਰਮੇਸ਼ਰ ਉਹਨੂੰ ਮਾਰਦਾ ਹੈ, ਉਹ ਆਪਦੇ ਹੀ ਹੰਕਾਰ ਤੋਂ ਨਾਸ਼ ਹੋ ਜਾਂਦਾ ਹੈ। ਭਇਓ ਹਰਨਾਖਸ ਪ੍ਰਹਿਲਾਦ ਸੋ ਵਿਰੋਧੀ ਵੱਡੋ। ਤੂੰ ਵੇਖਿਆ ਹੀ ਹੈ ਨਾ, ਪਿੱਛੇ ਪ੍ਰਹਿਲਾਦ ਭਗਤ ਹੋਇਆ ਤੇ ਹਰਨਾਕਸ਼ ਉਹਦਾ ਪਿਤਾ ਹੋਣ ਦੇ ਬਾਵਜੂਦ ਉਹਦਾ ਬੜਾ ਵਿਰੋਧ ਕਰਦਾ ਸੀ, ਸੱਚ ਨੂੰ ਵੇਖ ਨਹੀਂ ਸਕਦਾ ਸੀ। ਇੰਦਰ ਕੋ ਨਿਕਾਸ ਦੀਨ ਆਯਦ ਪ੍ਰਹਾਰ ਤੇ। ਹਰਨਾਕਸ਼ ਐਡਾ ਬਲੀ ਸੀ, ਤੇਰੇ ਵਾਂਗੂ ਉਹਨੂੰ ਵੀ ਬੜਾ ਮਾਣ ਸੀ ਆਪਦੀਆਂ ਬਾਹਾਂ ਤੇ ਆਪਦੇ ਬਲ ਤੇ। ਐਡਾ ਬਲੀ ਸੀ, ਜਿਸ ਹਰਨਾਕਸ਼ ਨੇ ਇੰਦਰ ਨੂੰ ਉਹਦੇ ਸਵਰਗ ਦੇ ਵਿੱਚੋਂ ਸ਼ਸਤਰ ਮਾਰ ਮਾਰ ਕੇ ਕੱਢ ਦਿੱਤਾ ਹੈ ਸੀ। ਸਹਿ ਨਾ ਸਕਹਿ ਜਗ ਤੇਸ਼ ਨਾਰ ਸਿੰਘ ਭਇਓ। ਪਰ ਪਰਮੇਸ਼ਰ ਨਹੀਂ ਨਾ ਸਹਿ ਸਕਦਾ ਜਦੋਂ ਸੱਚ ਦੀ ਕੰਡ ਲੱਗਦੀ ਹੈ। ਉਦੋਂ ਫਿਰ ਪਰਮੇਸ਼ਰ ਜਗਤ ਦੇ ਈਸ਼ਵਰ ਅਕਾਲ ਪੁਰਖ ਨੇ ਨਰਸਿੰਘ ਦਾ ਰੂਪ ਧਾਰਿਆ ਹੈ ਸੀ। ਲਾਗੀ ਨਾ ਬਿਲੰਬ ਕੋਸ਼ ਨਖਨ ਸੁਮਾਰ ਤੇ ਤੇ। ਕੋਈ ਦੇਰੀ ਨਹੀਂ ਸੀ ਲੱਗੀ, ਚਾਹੇ 12 ਵਰਦਾਨ ਲਏ ਹੋਏ ਸੀ ਹਰਨਾਕਸ਼ ਵਰਗਿਆਂ ਨੇ, ਬਿਨਾਂ ਦੇਰੀ ਤੋਂ ਨਹੁੰਆਂ ਦੇ ਨਾਲ ਨਰਸਿੰਘ ਅਵਤਾਰ ਨੇ ਖਿਲਾਰ ਕੇ ਪਾੜ ਕੇ ਸੁੱਟ ਦਿੱਤਾ ਸੀ ਤੇਰੇ ਵਰਗੇ ਹੰਕਾਰੀ ਉਸ ਹਰਨਾਕਸ਼ ਦੇ ਤਾਈ। ਬਾਹਰ ਸੁਗਰੀਵ ਸੰਗ ਬਾਲੀ ਬਾਲ ਕੀਨ ਮਹਾ। ਹੋਰ ਸੁਣ, ਇੱਕ ਬਾਲੀ ਹੋਇਆ ਤ੍ਰੇਤੇ ਵਿੱਚ, ਉਹ ਵੀ ਆਪਦੇ ਆਪ ਨੂੰ ਬਲੀ ਕਹਾਉਂਦਾ ਸੀ ਤੇ ਸੁਗਰੀਵ ਨਾਲ ਭਰਾਤਾ ਦੇ ਨਾਲ ਇਸ ਤਰ੍ਹਾਂ ਜਿਹੜਾ ਵੈਰ ਕਮਾਉਂਦਾ ਸੀ, ਕਹਿੰਦਾ ਮੇਰੇ ਵਿੱਚ ਵੱਧ ਬਲ ਹੈ। ਤੇ ਉਦੋਂ ਵੀ ਉਹ ਆਪਣੇ ਬਲ ਦੀ ਜਿਹੜੀ ਤਾਕਤ ਹੈ ਉਹ ਵਿਖਾਉਂਦਾ ਰਿਹਾ। ਬਾਲੀ ਸੁਗਰੀਵ ਨਾਲ ਝਗੜਾ ਕਰਦਾ ਰਿਹਾ। ਰਾਮਚੰਦ ਆਗੇ ਨਹੀਂ ਅਟਕਿਓ ਬਿਦਾਰ ਤੇ। ਪਰ ਬਾਲੀ ਵਰਗਿਆਂ ਨੂੰ ਰਾਮਚੰਦਰ ਨੇ ਫਿਰ ਨਾਸ਼ ਕੀਤਾ, ਪਰਮੇਸ਼ਰ ਦੇ ਅਵਤਾਰ। ਰਾਮਚੰਦਰ ਨੇ ਬਾਲੀ ਵਰਗੇ ਮਾਰੇ ਨਹੀਂ ਅੜੇ ਸੀ, ਸੱਚ ਦੇ ਅੱਗੇ ਝੂਠ ਅੜਦਾ ਨਹੀਂ ਹੈ। ਕਪਟ ਪ੍ਰਵੀਨ ਇਹ ਪੁਰਾਤਨ ਕਹਾਣੀ ਸੁਣ। ਇਹ ਕਪਟਾਂ ਦੇ ਵਿੱਚ ਚਲਾਕਾ ਪ੍ਰਿਥੀ ਚੰਦ, ਇਹ ਪੁਰਾਤਨ ਕਹਾਣੀਆਂ ਸਨਾਤਨ ਜਿਹੜੀਆਂ ਸਾਖੀਆਂ, ਇਹਨਾਂ ਤੋਂ ਸੁਣ ਕੇ ਮਤ ਲੈਣਾ ਕਰ। ਔਰ ਭਇਓ ਰਾਵਣ ਵਿਸ਼ਾਲ ਬਲਵਾਨ ਹੈ। ਹੋਰ ਵੀ ਸੁਣ ਲੈ, ਬੜੇ ਬੜੇ ਬਲ ਵਾਲੇ ਰਾਵਣ ਵਰਗੇ ਹੋਏ, ਜਿਸ ਰਾਵਣ ਵਿੱਚ ਬਹੁਤ ਭਾਰੀ ਬਲ ਮੰਨਿਆ ਜਾਂਦਾ ਸੀ। ਸੂਰਜ ਚੰਦਰਮਾ ਜੀ ਦੇ ਕੱਪੜੇ ਧੋਂਦੇ ਸੀ ਅੱਗ ਵਰਗੀਆਂ ਸ਼ਕਤੀਆਂ, ਤੇ ਸੂਰਜ ਚੰਦਰਮਾ ਵਰਗੇ ਰਸੋਈ ਵਿੱਚ ਸੇਵਾ ਕਰਦੇ ਸਨ, ਜਿਸ ਦੇ ਜਹਾਂ ਕਹਾਂ ਓਜ ਤੇ ਅਨੀਤ ਮਹਾ ਠਾਨੀ ਜਗ। ਉਸ ਰਾਵਣ ਨੇ ਵੀ ਤੇਰੇ ਵਾਂਗੂ ਬਹੁਤ ਅੱਤ ਚੁੱਕੀ ਸੀ, ਜਿੱਥੇ ਕਿਥੇ ਸੰਸਾਰ ਵਿੱਚ ਅਨੀਤੀ ਪਾਪ ਅਯੋਗ ਗੱਲਾਂ ਕੀਤੀਆਂ, ਧੱਕਾ ਕੀਤਾ ਹੈ ਸੀ। ਇੰਦਰ ਆਦ ਦੇਵ ਨਾਰ ਦੇਵਨ ਕੋਹਾਨ ਹੈ। ਇੰਦਰ ਵਰਗੇ ਦੇਵਤਿਆਂ ਨੂੰ, ਬੜੇ ਵੱਡੇ ਵੱਡੇ ਸਾਧੂਆਂ ਮਹਾਂਪੁਰਸ਼ਾਂ ਸੰਤਾਂ ਦੇ ਤਾਈਂ ਉਹਨਾਂ ਦਾ ਖੂਨ ਵਹਾਇਆ, ਬੜੇ ਵੱਡੇ ਵੱਡੇ ਸਾਧੂਆਂ ਨੂੰ ਮਾਰ ਮੁਕਾਇਆ ਸੀ। ਤਾਪਸੀ ਸੁਬੇਸ਼ ਧਾਰ ਰਾਗਵ ਵਿਸ਼ੇਸ਼ ਬਲ। ਤੇ ਤਪੱਸੀਆਂ ਵਾਲਾ ਵੇਸ਼ ਧਾਰ, ਭਾਵ ਜਦੋਂ ਰਾਮਚੰਦਰ ਜੀ ਗਏ ਆ ਬਨਵਾਸ ਨੂੰ, ਤਪੱਸੀਆਂ ਵਾਲਾ ਵੇਸ਼ ਧਾਰਨ ਕਰਕੇ ਸ਼੍ਰੀ ਰਾਮਚੰਦਰ ਜੀ ਜਿਹੜੇ ਰਾਘਵ ਹੋਏ, ਰਾਘਵ ਕੁਲ ਦੇ ਵਿਸ਼ੇਸ਼ ਵੱਡੇ ਹੀ। ਕੁਟੰਬ ਅਸ਼ੇਸ਼ ਜੋਤ ਕੀਨ ਅਵਸਾਨ ਹੈ। ਤੇ ਆਪਦੇ ਬਲ ਦੇ ਨਾਲ ਕੁਟੰਬ 1 ਲੱਖ ਪੂਤ, 1.25 ਲੱਖ ਨਾਤੀ, 1.25 ਲੱਖ ਪੋਤਰਾ ਤੇ 1 ਲੱਖ ਪੁੱਤਰ ਸੀ ਜਿਸ ਰਾਵਣ ਦਾ। ਇਹ ਪ੍ਰਿਥੀ ਚੰਦ ਉਹ ਨਹੀਂ ਰਹੇ, ਰਾਵਣ ਵਰਗਿਆਂ ਨੂੰ ਸਮੇਤ ਪਰਿਵਾਰ ਦੇ ਇਥੋਂ ਜਾਣਾ ਪਿਆ, ਨਾਸ਼ ਕਰ ਦਿੱਤਾ ਸੀ। ਗੰਜਨ ਗਰਭ ਰੇ ਪਪੰਜਨ ਬਿਲੰਦ ਓਜ। ਉਹ ਪਰਮੇਸ਼ਰ ਬੇਅੰਤ ਹੈ, ਹੰਕਾਰ ਦੇ ਨਾਸ਼ ਕਰਨ ਵਾਲਾ ਹੈ, ਦੁਸ਼ਮਣ ਦਾ ਨਾਸ਼ ਕਰਨ ਵਾਲਾ ਹੈ, ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ, ਦੁਸ਼ਮਣ ਨੂੰ ਭੰਨ ਕੇ ਨਾਸ਼ ਕਰ ਦੇਣ ਵਾਲਾ, ਜਿਸ ਵਿੱਚ ਬਹੁਤ ਬਲ ਹੈ ਪਰਮੇਸ਼ਰ ਵਿੱਚ। ਰੰਜਨ ਭਗਤ ਮਾਧਸੂਦਨ ਕੀ ਬਾਨ ਹੈ। ਤੇ ਭਗਤਾਂ ਨੂੰ ਰੰਜਨ ਕਹੀਏ, ਖੁਸ਼ ਕਰਨ ਵਾਲਾ ਹੈ। ਮਧੂ ਵਰਗੇ ਮਧੁਕੈਟਵ ਜਿਹੜੇ ਦੈਂਤ, ਉਹਨਾਂ ਨੂੰ ਸੂਦਨ ਕਹੀਏ, ਛੇਦਨ ਵਾਲਾ, ਕੱਟਣ ਵਾਲਾ ਹੈ। ਇਸ ਤਰ੍ਹਾਂ ਝੂਠ ਦੇ ਉੱਪਰ ਸੱਚ ਦੀ ਜਿੱਤ ਕਰਾਉਣ ਵਾਲਾ, ਇਹ ਪਰਮੇਸ਼ਰ ਦੀ ਆਦਤ ਹੈ, ਜਾਣਨਾ ਕਰ। ਪਾਪ ਮਤੀ ਔਰ ਸੋਨ ਗੁਣ ਮਾਧਸੂਦਨ ਕੇ। ਇਹ ਪਾਪਾਂ ਵਾਲੀ ਮੱਤ ਵਾਲੇ ਪ੍ਰਿਥੀ ਚੰਦ, ਹੋਰ ਸੁਣ ਲੈ, ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਕੀ ਗੁਣ ਪਰ ਉਪਕਾਰ ਹਨ। ਭਇਓ ਹੈ ਦੁਰਜੋਧਨ ਨਰੇਸ਼ ਕੌਰਵਾਨ ਕੋ। ਬੜਾ ਵੱਡਾ ਰਾਜਾ ਹੋਇਆ, ਬਲ ਵਾਲਾ ਹੰਕਾਰੀ ਦੁਰਜੋਧਨ, ਕੌਰਵਾਂ 100 ਕੌਰਵਾਂ ਦੇ ਵਿੱਚੋਂ ਬੜਾ ਭਾਰੀ ਯੋਧਾ,
ਕਹਾਉਂਦਾ ਤੇ ਹੰਕਾਰੀ ਹੋਇਆ ਹੈ। ਪਾਂਡਵ ਨਿਕਾਰ ਕੇ ਹੰਕਾਰ ਕੋ ਉਦਾਰ ਕਰ। ਤੇ ਪਾਂਡਵਾਂ ਨੂੰ ਉਹਨੇ ਕੱਢ ਦਿੱਤਾ ਸੀ। ਕ੍ਰਿਸ਼ਨ ਭਗਵਾਨ ਵਰਗੇ ਕਹਿੰਦੇ ਰਹਿ ਵੀ 5 ਹਲਾਂ ਜੋਗੀ ਥਾਂ ਦੇ ਦੇ ਇਹਨਾਂ ਨੂੰ, ਗੁਜ਼ਾਰਾ ਕਰ ਲੈਣਗੇ ਪੰਜੇ ਭਰਾ। ਕਹਿੰਦਾ ਨਾ, ਇੱਕ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ, 5 ਹਲ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਫਿਰ ਕੀ ਬਣਿਆ? ਉਹ ਪਰਮੇਸ਼ਰ ਅਕਾਲ ਪੁਰਖ ਨੇ ਉਹਦਾ ਵੀ ਨਾਸ਼ ਕਰਵਾਇਆ ਕ੍ਰਿਸ਼ਨ ਹੱਥੋਂ। ਪਾਂਡਵ ਨਿਕਾਰ ਹੰਕਾਰ ਕੇ ਉਦਾਰ ਕਰ। ਹੰਕਾਰ ਨੂੰ ਬੜਾ ਵਧਾ ਕਰਕੇ ਪਾਂਡਵਾਂ ਨੂੰ ਇਹਨੇ ਮਹਿਲ ਦੇ ਵਿੱਚੋਂ ਧੱਕੇ ਦੇ ਕੇ ਬਨਵਾਸ ਦਿੱਤਾ, ਕੱਢ ਦਿੱਤਾ ਸੀ। ਸਾਰੋ ਰਾਜ ਲੀਨ ਜਾਣੈ ਮੋਹ ਨਾ ਸਮਾਨ ਕਾ। ਤੇ ਆਪਦੇ ਭਰਾਵਾਂ ਦਾ ਵੀ ਸਾਰਾ ਰਾਜ ਮੱਲ ਲਿਆ ਤੇ ਜਾਣਿਆ ਵੀ ਮੇਰੇ ਵਰਗਾ ਹੁਣ ਸੰਸਾਰ ਤੇ ਕੋਈ 12 ਜੋਜਨ ਛਤਰ ਚੱਲੈ ਥਾ। 12 ਜੋਜਨ ਛਤਰ ਸਿਰ ਤੇ ਫਰਾਉਂਦਾ ਸੀ। ਦੁਰਯੋਧਨ ਕਹਿੰਦਾ ਸੀ ਮੇਰੇ ਵਰਗਾ ਹੋਰ ਮਹਾਨ ਕੋਈ ਹੈ ਨਹੀਂ। ਬਾਲ ਤੇ ਅਨੀਤ ਕਰ ਬੁੱਧ ਵਿਪਰੀਤ ਕਰ। ਤੇ ਬਲ ਕਰਕੇ ਅਨੀਤੀ ਕਰਦਾ ਰਿਹਾ, ਆਪਦੇ ਜ਼ੋਰ ਕਰਕੇ ਨਾ ਕਰਨ ਯੋਗ ਕੰਮ ਭਾਵ ਪਾਪ ਕਰਦਾ ਰਿਹਾ ਹੈ ਸੀ। ਤੇ ਬੁੱਧ ਵਿਪਰੀਤ ਕਰ, ਪੁੰਨ ਤੋਂ ਧਰਮ ਤੋਂ ਜਾਂ ਰਾਜਿਆਂ ਵਾਲੇ ਕਰਮਾਂ ਤੋਂ ਇਹਨੇ ਆਪਦੀ ਬੁੱਧੀ ਵਿਪਰੀਤ ਕਰ ਲਈ ਸੀ। ਭਾਨ ਜੋ ਕੁਮੀਤ ਕਰ ਮਹਾ ਮਨ ਮਾਨ ਕੋ। ਤੇ ਕਰਨ ਜਿਹੜਾ ਹੈ ਸੂਰਿਆ ਪੁੱਤਰ, ਉਹਨੂੰ ਆਪਦੇ ਨਾੜ ਰਲਾ ਕਰਕੇ ਤੇ ਬਹੁਤ ਭਾਰੀ ਫਿਰ ਇਹਨੇ ਪਾਪ ਕੀਤਾ। ਤੇ ਮਤ ਕਰ ਮਹਾ ਮਨ ਮਾਨ ਕੋ, ਆਪਦੀ ਮਤ ਨੂੰ ਮਹਾਨ ਹੀ ਮਾਣ ਦੇ ਵਿੱਚ ਡਬੋ ਲੈਣਾ ਕੀਤਾ, ਜਾਂ ਮਨ ਕਰਕੇ ਬੜੇ ਮਾਣ ਕਰਦਾ ਰਿਹਾ ਮੰਦਮਤੀ। ਜੰਗ ਵਿੱਚ ਹਾਰਿਓ ਮਾਰ ਡਾਰਿਓ ਨ ਸੰਭਾਰਿਓ ਬਲ। ਹਾਂ, ਕੋਈ ਬਲ ਨਹੀਂ ਸੰਭਲਿਆ ਸੀ। ਫਿਰ ਜਦੋਂ 5 ਪਾਂਡਵਾਂ ਨੇ ਇਹਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰਨਾ ਕੀਤਾ, ਜਿਹੜਾ ਕਹਿੰਦਾ ਸੀ ਸਾਰਾ ਕੁਝ ਹੀ ਮੈਂ ਲੈਣਾ, ਉਹ ਫਿਰ ਸਾਰਾ ਕੁਝ ਹੀ ਛੱਡ ਕੇ ਗਿਆ ਨਾ। ਦੇਹੀ ਗਿਰਜ ਨਾ ਖਾਈ, ਗਿਰਜਾਂ ਦੇਹੀ ਵੀ ਨਹੀਂ ਸੀ ਖਾਧੀ ਉਹਦੀ। ਇਹੋ ਜਿਹਾ ਹਾਲਾਤ ਹੋਏ ਸੀ ਵੀ ਉਹ ਸਾਰਾ ਕੁਝ ਲੈਣ ਨੂੰ ਫਿਰਦਾ ਸੀ। ਆਪਦੇ ਭਾਈਆਂ ਨੂੰ 5 ਹਲਾਂ ਜੋਗੀ ਥਾਂ ਨਹੀਂ ਸੀ ਦਿੰਦਾ ਪ੍ਰਿਥੀ ਚੰਦ ਉਹ। ਤੇ ਵੇਖ ਫਿਰ ਕਿੱਥੇ 5 ਹਲ ਦਿੱਤਿਆਂ ਸਰਦਾ ਸੀ, ਫਿਰ ਸਾਰਾ ਕੁਝ ਦੇਣਾ ਪਿਆ। ਇਹ ਪਰਮੇਸ਼ਰ ਦਾ ਬਲ ਹੈ ਨਾ। ਪਾਪ ਤੇ ਹਮੇਸ਼ਾ ਹੀ ਪੁੰਨ ਦੀ, ਝੂਠ ਤੇ ਸੱਚ ਦੀ ਜਿੱਤ ਹੁੰਦੀ ਹੈ। ਕ੍ਰਿਸ਼ਨ ਭਗਵਾਨ ਦੇ ਬਲ ਦੇ ਨਾਲ ਪਾਂਡਵਾਂ ਨੇ ਫਿਰ ਮਾਰ ਮੁਕਾਇਆ ਸੀ ਉਸ ਦੁਰਯੋਧਨ ਨੂੰ। ਨਾ ਸੰਭਾਰਿਓ ਬਲ ਕੋ, ਜੰਗ ਦੇ ਮੈਦਾਨ ਵਿੱਚ ਫਿਰ ਆਪਦਾ ਬਲ ਨਹੀਂ ਸੰਭਾਲ ਸਕਿਆ, ਥਾਏ ਮਾਰ ਮੁਕਿਆ ਸੀ। ਕੌਣ ਨਾ ਵਿਦਾਰਿਓ ਜੋ ਹੰਕਾਰਿਓ ਅਗ ਠਾਨ ਕੋ। ਹਾਂ, ਹੇ ਮੂਰਖ ਪ੍ਰਿਥੀ ਚੰਦ, ਵੇਖ ਕਿਹੜਾ ਕਿਹੜਾ ਨਹੀਂ ਮਾਰਿਆ ਪਰਮੇਸ਼ਰ ਨੇ। ਜਿੰਨੇ ਜਿੰਨੇ ਪਾਪ ਧਾਰੇ, ਪਾਪ ਕੀਤੇ, ਹੰਕਾਰ ਬਿਰਤੀ ਰੱਖੀ, ਹੰਕਾਰਿਆ ਜਿਹੜਾ ਦੱਸ ਪ੍ਰਿਥੀ ਚੰਦ ਉਹ ਕਿਹੜਾ ਕਿਹੜਾ ਹੰਕਾਰਿਆ ਤੇ ਪਰਮੇਸ਼ਰ ਨੇ ਜਿਉਂਦਾ ਛੱਡਿਆ ਹੋਵੇ। ਸਭ ਨੂੰ ਪਰਮੇਸ਼ਰ ਨੇ ਸਮੇਂ-ਸਮੇਂ ਕਿਸੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਭ ਦਾ ਨਾਸ਼ ਕੀਤਾ, ਕਰਵਾਇਆ ਹੈ। ਵੱਡੇ ਵੱਡੇ ਗਿਨੈ ਲੱਗ ਭਏ ਤਿਨ ਕੌਣ ਭਨੈ। ਇੱਥੇ ਵੱਡੇ ਵੱਡੇ ਪ੍ਰਿਥੀ ਚੰਦ ਤੁਰ ਗਏ ਐ ਤੇ ਛੋਟਿਆਂ ਦੀ ਤਾਂ ਗੱਲ ਹੀ ਕੀ ਕਰਨੀ। ਇੱਥੇ ਰਾਵਣ ਵਰਗੇ, ਦੁਰਯੋਧਨ ਵਰਗੇ ਨਹੀਂ ਰਹੇ, ਕੰਸ ਵਰਗੇ ਨਹੀਂ ਰਹੇ। ਤੂੰ ਤਾਂ ਬਹੁਤ ਛੋਟਾ ਹੈ। ਇਹੋ ਜਿਹੇ ਛੋਟੇ ਮੋਟਿਆਂ ਦੀ ਤਾਂ ਗੱਲ ਹੀ ਕੀ ਕਰਨੀ ਪਰਮੇਸ਼ਰ ਅੱਗੇ। ਦੁਰਜਨ ਗੁਮਾਨੀ ਹਨ ਬਾਨ ਭਗਵਾਨ ਕੀ। ਤੋ ਇਸ ਤਰ੍ਹਾਂ ਜਿਹੜੇ ਖੋਟੇ ਜਾਣਿਆ ਨਾ, ਹੰਕਾਰੀ, ਉਹਨਾਂ ਨੂੰ ਨਾਸ਼ ਕਰਦਾ ਪਰਮੇਸ਼ਰ ਦੀ। ਉਸ ਭਗਵਾਨ ਅਕਾਲ ਪੁਰਖ ਪਰਮੇਸ਼ਰ ਦੀ ਤਾਂ ਆਦਤ ਹੈ, ਉਹਦਾ ਧਰਮ ਹੈ ਪ੍ਰਿਥੀ ਚੰਦ, ਉਹਦਾ ਸੁਭਾਅ ਹੈ ਪਾਪੀਆਂ ਨੂੰ ਨਾਸ਼ ਕਰਨਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਤੋ ਇਸ ਤਰ੍ਹਾਂ ਉਹ ਪਰਮੇਸ਼ਰ ਹੰਕਾਰੀਆਂ ਨੂੰ ਨਾਸ਼ ਕਰਨ ਵਾਲਾ ਹੈ ਸਮੇਂ ਦੇ ਉੱਪਰ। ਤੂੰ ਤੋਂ ਏਕ ਜੰਤ ਕਾਹਾਂ ਬਲ ਕੋ ਗਰਭ ਧਰੈ। ਇੱਥੇ ਰਾਵਣ ਵਰਗੇ ਨਹੀਂ ਰਹੇ, ਦੁਰਯੋਧਨ ਵਰਗੇ ਨਹੀਂ ਰਹੇ, ਜਿਨ੍ਹਾਂ ਦੇ ਸਿਰ ਤੇ 12 ਜੋਜਨ ਛਤਰ ਫਿਰ ਜਾਂਦਾ ਸੀ। 48 ਕੋ ਅੱਗੇ ਛਤਰ ਫਿਰ ਜਾਂਦੇ ਸਨ। ਤੇ ਤੂੰ ਕੌਣ ਹੈ ਭਾਈ? ਤੇਰੇ ਵਰਗਾ ਜੰਤ ਕੀ ਹੈ? ਤੂੰ ਤਾਂ ਬਹੁਤ ਛੋਟੀ ਵਸਤੂ ਹੈ ਪਰਮੇਸ਼ਰ ਵਾਸਤੇ। ਤੇਰੇ ਕੋਲ ਤਾਂ ਬਹੁਤ ਥੋੜਾ ਬਲ ਹੈ। ਬਾਂਕੋ ਰੋਮ ਹੋਏ ਹੈ ਨਾ ਯਤਨ ਮਹਾਨ ਕੀ। ਤੇ ਜਿੰਨਾ ਮਰਜੀ ਤੂੰ ਯਤਨ ਕਰ, ਸਾਡੇ ਤੇ ਪਰਮੇਸ਼ਰ ਦਾ ਹੱਥ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੱਥ ਹੈ ਪ੍ਰਿਥੀ ਚੰਦ। ਜਿੰਨਾ ਮਰਜੀ ਹੰਕਾਰ ਧਾਰ ਕੇ ਯਤਨ ਕਰ ਲੈ, ਸਾਡਾ ਰੋਮ ਵੀ ਵਿੰਗਾ ਨਹੀਂ ਹੋਵੇਗਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਰਾਖੇ ਹਨ।
ਸਗਰੇ ਤੁਰਕ ਮਿਲ ਆਵੈ ਨਾ ਗੁਰਾਈ ਪਾਵੈ। ਤੂੰ ਸਾਰੇ ਤੁਰਕਾਂ ਨੂੰ ਵੀ ਚੜਾ ਕੇ ਸਾਡੇ ਤੇ ਲੈ ਆਵੇਂ ਨਾ, ਇਹ ਗੁਰਤਾ ਦਾ ਤਖਤ ਤੈਨੂੰ ਮਿਲਣਾ ਤਾਂ ਵੀ ਨਹੀਂ। ਬਾਦ ਸਭ ਜਾਵੈ ਪਛਤਾਵੈ ਹਿਤ ਹਾਨ ਕੀ। ਤੇ ਜਦੋਂ ਤੇਰਾ ਹਿਤ ਮੋਹ ਨਾਸ਼ ਹੋ ਗਿਆ ਨਾ, ਜਾਂ ਭਲਾ ਨਾਸ਼ ਹੋ ਕੇ, ਤੇ ਫਿਰ ਤੂੰ ਪਛਤਾਉਣਾ ਹੈ, ਤੇਰੇ ਕੀਤੇ ਹੋਏ ਸਾਰੇ ਉਦਮ ਵਿਅਰਥ ਜਾਵਣਗੇ। ਐਸੇ ਮਨ ਜਾਣ ਕੈ ਵਿਚਾਰ ਔਰ ਠਾਨ ਕੈ। ਅਜੇ ਵੀ ਸਮਾਂ ਹੈ ਭਰਾਤਾ ਪ੍ਰਿਥੀ ਚੰਦ, ਮਨ ਵਿੱਚ ਜਾਣ ਲੈ ਪਰਮੇਸ਼ਰ ਬੇਅੰਤ ਹੈ, ਨਾ ਪਾਪਾਂ ਵਾਲੇ ਰਾਹ ਤੇ ਤੁਰਤ ਹੈ। ਵਿਚਾਰ ਔਰ ਠਾਣ ਕੈ, ਆਪਦੇ ਹਿਰਦੇ ਵਿੱਚ ਥੋੜੀ ਬਹੁਤੀ ਵਿਚਾਰ ਰੱਖ, ਕੋਈ ਸੋਚ ਸਮਝ ਅਕਲ ਨੂੰ ਹੱਥ ਮਾਰ। ਸਮਝ ਲੈ ਹੋ ਸਿਆਨ ਕੈ ਸਮਾਨ ਮਤਵਾਨ ਕੀ। ਸਿਆਣਿਆਂ ਦਾ ਆਖੇ ਹੀ ਸਮਝ ਲੈ, ਹੰਕਾਰਿਆ ਸੋ ਮਾਰਿਆ। ਅਤ ਤੇ ਖੁਦਾ ਦਾ ਵੈਰ ਹੈ ਪ੍ਰਿਥੀ ਚੰਦ, ਸਿਆਣਿਆਂ ਵਾਲੀ ਗੱਲ ਕਰ, ਕੋਈ ਸਿਆਣਿਆਂ ਵਾਲੀ। ਘਰ ਵਿੱਚ ਝਗੜਾ ਕਰਦੇ ਚੰਗੇ ਨਹੀਂ ਲੱਗੀਦਾ ਹੈ। ਦੋਹਰਾ ਰਕਤ ਨੈਣ ਦੁਰਬੈਨ ਕਹੈ। ਇਹ ਸੁਣ ਕੇ ਸਾਧ ਸੰਗੀ ਪ੍ਰਿਥੀ ਚੰਦ ਫਿਰ ਡੇਲੇ ਜੇ ਨੇਤਰ ਜੇ ਲਾਲ ਕਰਦਾ ਹੈ, ਤੇ ਬੜੇ ਫਿਰ ਭੈੜੇ ਬਚਨ ਕਹਿ ਰਿਹਾ ਹੈ। ਭੈ ਨਾ ਹਮੈ ਛਲ ਐਨ। ਇਹ ਜਦੋਂ ਐਂ ਬੋਲਦਾ ਨਾ ਪ੍ਰਿਥੀ ਚੰਦ, ਕਹਿੰਦਾ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ, ਮੈਨੂੰ ਤੁਹਾਡੀ ਕੀਤੀ ਗੱਲ ਦਾ ਕੋਈ ਡਰ ਭੈ ਨਹੀਂ ਹੈ। ਪਾਏ ਹੈ ਨਾ ਤਪਤਿਓ ਪਾਏ ਹੈ ਨਾ ਕੁਛ ਲਾਭ ਕੋ। ਤੋ ਇਸ ਤਰ੍ਹਾਂ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਲਾਲ ਕੀਤੇ ਹੋਏ ਨੇਤਰਾਂ ਵਾਲੇ ਪ੍ਰਿਥੀ ਚੰਦ ਨੂੰ ਸੱਚੇ ਪਾਤਸ਼ਾਹ ਕਹਿੰਦੇ, ਪ੍ਰਿਥੀ ਚੰਦ ਸਾਨੂੰ ਤੇਰੇ ਦਬਕਿਆਂ ਦਾ ਕੋਈ ਭੈ ਨਹੀਂ ਵੀ ਮੈਂ ਫੌਜ ਚੜਾ ਕੇ ਲੈ ਆਵਾਂਗਾ। ਸਾਡੀ ਇੱਕੋ ਹੀ ਸਲਾਹ ਤੈਨੂੰ ਵੀ ਖੁਸ਼ੀ ਮਾਣ ਤੇ ਚੁੱਪ ਕਰਕੇ ਆਪਦੇ ਘਰ ਵਿੱਚ ਬੈਠ, ਕੋਈ ਲਾਭ ਨਹੀਂ ਝਗੜਿਆਂ ਦਾ। ਰਾਤ ਬਹੁਤ ਹੋ ਚੱਲੀ ਹੈ, ਤੇ ਹੁਣ ਜਾ ਕੇ ਆਪਦੇ ਘਰ ਵਿੱਚ ਸੁੱਖ ਚੈਨ ਦੇ ਨਾਲ ਆਰਾਮ ਕਰ ਲੈ। ਰਹਿਣ ਸਹਿਣ ਕਰ ਚੈਨ। ਰਾਤ ਹੋਣ ਕਰਕੇ ਹੁਣ ਸੌਣਾ ਕਰ, ਤੂੰ ਚੈਨ ਲੈ ਲਾ, ਜਰਾ ਚੈਨ ਦੀ ਸਾਹ ਵੀ ਲੈ ਲਿਆ ਕਰ, ਸਾਰਾ ਦਿਨ ਅੱਤ ਨਾ ਪਾਇਆ ਕਰ। ਕਬਿਤ ਸੁਨ ਜਰ ਗਇਓ ਦੁਖ ਬਿਓ ਤਪ ਤਯੋ ਔਰ। ਤੇ ਇਸ ਤਰ੍ਹਾਂ ਪ੍ਰਿਥੀ ਚੰਦ ਸਤਿਗੁਰਾਂ ਤੋਂ ਸੁਣ ਕੇ ਕਵੀ ਜੀ ਕਹਿੰਦੇ ਬਹੁਤ ਸੜਿਆ ਤਪਿਆ ਹੈ, ਬੜਾ ਦੁੱਖ ਪ੍ਰਾਪਤ ਹੋਇਆ ਮਹਾਰਾਜ ਤੋਂ ਸੁਣ ਕੇ। ਪ੍ਰੀਥੀਆ ਕਹਿਤ ਭਇਓ ਅੰਕ ਕਰ ਲਾਲ ਕੋ। ਲਾਲ ਨੇਤਰ ਕਰਕੇ ਗੁੱਸੇ ਦੇ ਵਿੱਚ ਬੁੱਲ ਫਰਕਾਉਂਦਾ ਸਤਿਗੁਰਾਂ ਨੂੰ ਫੇਰ ਬੋਲਿਆ ਇਹ। ਪ੍ਰੀਥੀਆ ਕਹਾਵੇ ਤਬ ਪੁੱਤਰ ਕੇ ਸਮੇਤ ਜਬ। ਆਂਦਾ ਹੇ ਗੁਰੂ ਅਰਜਨ ਦੇਵ, ਮੈਂ ਪ੍ਰਿਥੀ ਚੰਦ ਨਾ ਉਹਦਾ ਫੇਰ ਕਹਾਵਾਂਗਾ, ਜਾਂ ਕਹਿ ਲਓ ਵੀ ਮੈਨੂੰ ਪ੍ਰਿਥੀ ਚੰਦ ਨਾ ਆਖਿਆ ਜੇ ਜੇਕਰ। ਤੁਮਰੋ ਵਿਨਾਸ਼ ਕੌਰਾ ਸਾਲਤ ਵਿਸਾਲ ਕੋ। ਪੁੱਤਰ ਦੇ ਸਮੇਤ ਜੇਕਰ ਮੈਂ ਤੁਹਾਡਾ ਨਾਸ਼ ਨਾ ਕੀਤਾ, ਤੇ ਮੈਨੂੰ ਪ੍ਰਿਥੀ ਚੰਦ ਨਾ ਤੁਸੀਂ ਆਖਣਾ ਜੀ। ਜਾਏ ਦਿੱਲੀਪੁਰ ਮੈਂ ਪੁਕਾਰੋ ਜਹਾਂਗੀਰ ਆਗੇ। ਤੁਸੀਂ ਬਹੁਤ ਮੈਨੂੰ ਦੁੱਖ ਦਿੱਤਾ ਹੈ, ਹੁਣ ਮੈਂ ਜਹਾਂਗੀਰ ਬਾਦਸ਼ਾਹ ਕੋਲ ਦਿੱਲੀ ਜਾਵਾਂਗਾ, ਉਥੇ ਮੈਂ ਪੁਕਾਰ ਕਰਾਂਗਾ, ਫਰਿਆਦ ਕਰ ਦੇਵਾਂਗਾ, ਮੁਕੱਦਮਾ ਤੁਹਾਡੇ ਤੇ ਚਲਾਵਾਂਗਾ। ਸਗਰੀ ਅਨੀਤ ਕੋ ਸੁਣਾਵ ਤੋਹਿ ਹਾਲ ਕੋ। ਤੇ ਤੁਹਾਡਾ ਸਾਰਾ ਹਾਲ ਉੱਥੇ ਜਾ ਕਰਕੇ ਸੁਣਾਵਾਂਗਾ, ਸਾਰੀ ਅਨੀਤੀ ਉੱਥੇ ਮੈਂ ਦੱਸਾਂਗਾ ਵੀ ਮੇਰੇ ਨਾਲ ਧੱਕਾ ਕੀਤਾ, ਵੱਡੇ ਭਰਾ ਨੂੰ ਛੱਡ ਕੇ ਛੋਟੇ ਤਖਤ ਤੇ ਬੈਠ ਗਏ ਹਨ। ਮੈਂ ਤੋ ਠਾਣ ਟਾਲ ਕੋ ਨਾ ਆਨਿਓ ਇਤ ਖਿਆਲ ਕੋ। ਮੈਂ ਤਾਂ ਇੰਨਾ ਚਿਰ ਤੁਹਾਡਾ ਬਚਾਅ ਹੀ ਕਰਦਾ ਰਿਹਾ। ਪ੍ਰਿਥੀ ਚੰਦ ਕਹਿੰਦਾ ਮਹਾਰਾਜ, ਮੈਂ ਤਾਂ ਇਹ ਗੱਲ ਕਦੇ ਯਾਦ ਹੀ ਨਹੀਂ ਕੀਤੀ, ਮੈਂ ਤਾਂ ਹੁਣ ਤੀਕਰ ਟਾਲਾ ਹੀ ਕੀਤਾ। ਮੇਰੀ ਬਹੁਤ ਪਹੁੰਚ ਹੈ ਸਰਕਾਰੇ ਦਰਬਾਰੇ, ਮੈਂ ਤਾਂ ਐਵੇਂ ਕਦੋਂ ਦਾ ਤੁਹਾਡੇ ਅੱਗੇ ਮਿਣਕ ਮਿਣਕ ਕਰਦਾ, ਮੈਂ ਤਾਂ ਆਪਦਾ ਖਿਆਲ ਹੀ ਨਹੀਂ ਕਦੇ ਇਸ ਪਾਸੇ ਲਿਆਂਦਾ ਵੀ ਮੇਰੀ ਦਰਬਾਰਾਂ ਵਿੱਚ ਬੜੀ ਚੱਲਦੀ ਹੈ। ਕਰਾਂ ਸੋ ਆਪ ਘਾਲ ਕੋ ਤੁਰਕ ਪਠੋ ਜਾਲ ਕੋ। ਮੈਂ ਬਹੁਤ ਉਥੇ ਦਿੱਲੀ ਜਾ ਕੇ ਹੁਣ ਯਤਨ ਕਰਾਂਗਾ, ਬੜੀਆਂ ਭਾਰੀ ਫੌਜਾਂ ਤੁਹਾਡੇ ਤੇ ਚੜਾ ਕੇ ਲੈ ਕੇ ਆਵਾਂਗਾ। ਭਾਰ ਜਾਤ ਨੂਜ ਕੇ ਸਮੇਤ ਤਿਸੀ ਥਾਨ ਬੈਠ। ਮੈਂ ਹੁਣ ਆਪਦੇ ਪੁੱਤਰ ਤੇ ਆਪਦੀ ਘਰ ਵਾਲੀ ਕਰਮੋਂ ਦੇ ਸਮੇਤ ਸਭ ਕੁਝ ਛੱਡ ਛਡਾ ਕੇ ਦਿੱਲੀ ਚਲਾ ਜਾਣਾ। ਮੈਂ ਅੰਮ੍ਰਿਤਸਰ ਸਾਹਿਬ ਛੱਡ ਦੇਵਾਂਗਾ, ਆਪਣੀ ਪਤਨੀ ਤੇ ਪੁੱਤਰ ਸਮੇਤ ਜਾ ਕੇ ਦਿੱਲੀ ਬਹਿ ਜਾਣਾ ਹੈ। ਪਕਰ ਮਗਾਉ ਖੇਦ ਸਾਸ ਤਤ ਕਾਲ ਕੋ। ਤੁਹਾਨੂੰ, ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਤੇ ਮਾਤਾ ਗੰਗਾ ਨੂੰ ਮੈਂ ਇੱਥੋਂ ਬਣਾ ਕੇ ਨਾ ਫੌਜ ਤੋਂ ਦਿੱਲੀ ਬੈਠਾ ਤੇ ਉੱਥੇ ਆਪਦੇ ਕੋਲ ਸੱਦਾਂਗਾ, ਫਿਰ ਵੇਖਾਂਗਾ ਤੁਹਾਡਾ ਕੀ ਬਲ ਚੱਲਦਾ ਹੈ। ਦੁਖਤ ਪੁਕਾਰ ਜਬ ਛੂਟ ਬੋ ਨਾ ਹੋਏ ਕੇ। ਜਦੋਂ ਛੁਟਾਰਾ ਨਾ ਹੋਇਆ, ਕਿਸੇ ਤਰ੍ਹਾਂ ਵੀ ਮੇਥੋਂ ਛੁਟਕਾਰਾ ਨਾ ਹੋਇਆ, ਦਿੱਲੀ ਮੰਗਵਾਇਆ ਤੁਹਾਨੂੰ ਮਸ਼ਕਾਂ ਬੰਨ੍ਹ ਕੇ ਅਰਜੁਨ ਦੇਵ,
ਇਹ ਭਰਾ ਤਾਂ ਉਦੋਂ ਵੇਖਣਾ ਫਿਰ ਤੁਹਾਡਾ ਕੀ ਹਾਲ ਹੋਵੇਗਾ। ਕੋਈ ਛੁੱਟਣ ਦਾ ਯਤਨ ਨਹੀਂ ਹੋਵੇਗਾ, ਬੜੇ ਦੁਖੀ ਹੋਵੋਗੇ। ਤਾਬ ਫਲ ਪਹਿ ਮੇਰੀ ਅੱਖ ਭਈ ਲਾਲ ਕੋ। ਹਾਂ, ਫਿਰ ਆ ਮੇਰੇ ਚੜੇ ਹੋਏ ਗੁੱਸੇ ਦਾ ਤੁਹਾਨੂੰ ਫਲ ਮਿਲੇਗਾ। ਜਿਹੜਾ ਮੈਨੂੰ ਦੁਖੀ ਕੀਤਾ ਨਾ, ਉਹਦਾ ਅੱਖਾਂ ਮੇਰੀਆਂ ਚੜੀਆਂ ਦਾ, ਅੱਖਾਂ ਲਾਲ ਦਾ ਫਲ ਤੁਹਾਨੂੰ ਉਦੋਂ ਮਿਲੇਗਾ। ਹੁਣ ਤਾਂ ਇਉਂ ਜਾਪਦਾ ਵੀ ਸ਼ਾਇਦ ਪ੍ਰਿਥੀ ਚੰਦ ਐਵੇਂ ਅੱਖਾਂ ਦੀਆਂ ਕੱਢ ਕੱਢ ਕੇ ਵਿਖਾਉਂਦਾ, ਤੁਹਾਨੂੰ ਕੋਈ ਪਤਾ ਨਹੀਂ ਮੇਰੀ ਕਿੱਥੋਂ ਤੀਕਰ ਪਹੁੰਚ ਹੈ। ਉਹ ਹਾਲ ਕਰਾਂਗਾ, ਮੇਰੇ ਚੜੇ ਹੋਏ ਗੁੱਸੇ ਦਾ, ਮੈਨੂੰ ਦਿੱਤੇ ਹੋਏ ਦੁੱਖ ਦਾ ਫਿਰ ਫਲ ਮਿਲੇਗਾ। ਗੁਰ ਤਾਨਾ ਛੋੜੈ ਫੇਰ ਲੈ ਹੰਕਾਰ ਜੋਰ ਮਹਾ। ਮੈਂ ਬਹੁਤ ਜ਼ੋਰ ਕਰਕੇ ਪਹਿਲਾਂ ਤੁਹਾਨੂੰ ਪਰਿਵਾਰ ਸਮੇਤ ਮਰਵਾਵਾਂਗਾ, ਉਸ ਤੋਂ ਬਾਅਦ ਮੈਂ ਗੁਰਿਆਈ ਵੀ ਨਹੀਂ ਛੱਡਾਂਗਾ, ਜ਼ੋਰ ਕਰਕੇ ਵੀ ਖੋ ਲੈਣੀ ਹੈ। ਸੁਖ ਸੋ ਸਪੁੱਤ ਸਿੰਘ ਛੋਰਿਓ ਤੈ ਕਰਾਲ ਕੋ। ਹਾਂ, ਫਿਰ ਕਹਿੰਦਾ ਉੱਠਣ ਲੱਗਾ, ਅਰਜੁਨ ਦੇਵ ਤੁਸੀਂ ਸੁੱਤਾ ਸ਼ੇਰ ਜਿਹੜਾ ਨਾ ਉਹ ਛੇੜ ਲਿਆ ਹੈ। ਸੁੱਤੇ ਸ਼ੇਰ ਨੂੰ ਅੱਜ ਤੁਸੀਂ ਜਗਾ ਦਿੱਤਾ, ਜਿਹੜਾ ਬੜਾ ਭਿਆਨਕ ਹੈ। ਜੈਸੇ ਹਾਥ ਨਾਲ ਕੋ ਪਕੜ ਲੈ ਵਿਸ਼ਾਲ ਕੋ। ਤੁਸੀਂ ਐਂ ਕੀਤਾ ਜਿਵੇਂ ਕੋਈ ਬੜੇ ਭਾਰੇ ਅਜਗਰ ਜ਼ਹਿਰੀਲੇ ਸੱਪ ਨੂੰ ਨਾਲੀ ਜੀ ਸਮਝ ਕੇ ਹੱਥ ਵਿੱਚ ਪਕੜੀ ਫਿਰੇ। ਨਾ ਜਾਣੇ ਬਿਖੀ ਬਿਆਲ ਕੋ ਸੋ ਐਸੇ ਜਾਨ ਹਾਲ ਕੋ। ਕੋਈ ਜਾਣਦਾ ਨਾ ਹੋਵੇ ਵੀ ਬੜਾ ਭਿਆਨਕ ਸੱਪ ਹੈ ਜ਼ਹਿਰ ਵਾਲਾ, ਤੁਹਾਡਾ ਉਹ ਹਾਲ ਹੈ। ਤੁਸੀਂ ਮੈਨੂੰ ਸੂਦਾ ਜਿਹਾ ਜਾਣਿਆ, ਤੁਸੀਂ ਮੈਨੂੰ ਨਰਮ ਜਿਹਾ ਹਲਕਾ ਹੀ ਲੈ ਲਿਆ ਵੀ ਖਰੇ ਪ੍ਰਿਥੀ ਚੰਦ ਕੁਝ ਨਹੀਂ ਕਰ ਸਕਦਾ। ਹੁਣ ਜਾਣੋ ਤੁਸੀਂ ਸੁੱਤਾ ਸ਼ੇਰ ਛੇੜ ਲਿਆ ਹੈ, ਸੱਪ ਦੀ ਪੂਛਲ ਤੇ ਪੈਰ ਰੱਖ ਦਿੱਤਾ ਹੈ। ਸ਼੍ਰੀ ਗੁਰੂ ਬਖਾਨੀ ਜਗਦੀਸ਼ ਜੇ ਮਠਾਨੀ ਬਿਦ। ਸੱਚੇ ਪਾਤਸ਼ਾਹ ਮਾਰੇ ਕਹਿੰਦੇ ਪ੍ਰਿਥੀ ਚੰਦ ਜੋ ਉਸ ਪਰਮੇਸ਼ਰ ਨੂੰ ਮਨਜ਼ੂਰ, ਸੋਈ ਹਮ ਮਾਨੀ ਸੁਖ ਖਾਨੀ ਮਾਨ ਜਾਣ ਕੈ। ਉਸ ਪਰਮੇਸ਼ਰ ਨੂੰ ਸੁੱਖਾਂ ਦਾ ਖਾਨ, ਸੁੱਖਾਂ ਦਾ ਖਜ਼ਾਨਾ ਜਾਣ ਕੇ ਅਸੀਂ ਉਹੀ ਮੰਨਾਂਗੇ। ਜੋ ਬਣੇਗੀ ਅਸੀਂ ਨਿਭਾਂਗੇ, ਜੋ ਪਰਮੇਸ਼ਰ ਨੂੰ ਚੰਗਾ ਲੱਗੇਗਾ ਉਹ ਅਸੀਂ ਸੁੱਖ ਕਰਕੇ ਹੁਣ ਤੀਕਰ ਮੰਨਿਆ, ਅੱਗੇ ਵੀ ਮਨ ਕਰਕੇ ਜਾਣਾਂਗੇ। ਸ਼੍ਰੀ ਹਰਿ ਗੋਬਿੰਦ ਇਨ ਪੌਤਰ ਹਵੈ ਬਿਲੰਦ। ਤੇ ਇਸ ਤਰ੍ਹਾਂ ਫਿਰ ਆਖਿਆ, ਪ੍ਰਿਥੀ ਚੰਦ ਵੇਖ, ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਇੱਕ ਪੋਤਰਾ ਹੋਵੇਗਾ, ਬਹੁਤ ਭਾਰੀ ਬਲ ਵਾਲਾ ਸੂਰਮਾ ਹੋਵੇਗਾ। ਪੰਥ ਕੋ ਪ੍ਰਕਾਸ਼ੈ ਗੋ ਵਿਸ਼ਾਲ ਤੇਜ ਸਾਨ ਕੈ। ਉਹ ਹਰਗੋਬਿੰਦ ਸਾਹਿਬ ਦੇ ਪੋਤਰੇ ਖਾਲਸਾ ਪੰਥ ਦੀ ਸਿਰਜਣਾ ਕਰਨਗੇ ਤੇ ਖਾਲਸਾ ਪੰਥ ਦੀ ਸਿਰਜਣਾ ਤੇਜ ਪ੍ਰਤਾਪ ਵਧਾਉਣਗੇ। ਪੰਥ ਕੋ ਪ੍ਰਕਾਸ਼ੈ ਗੋ, ਬਲੀ ਹੋਣਗੇ ਬਿਲੰਦ, ਵਿਸ਼ਾਲ ਤੇਜ ਸਾਨ ਕੈ, ਉਹਨਾਂ ਦਾ ਤੇਜ ਪ੍ਰਤਾਪ ਬਹੁਤ ਭਾਰੀ ਹੋਵੇਗਾ। ਸਿੱਖਣ ਕੋ ਸਿੱਖ ਤੇਰੋ ਬੰਸ ਥਾਣ ਜਹ ਮਿਲ ਬਨ ਪਾਏ। ਜਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪ੍ਰਿਥੀ ਚੰਦ ਸਾਡੇ ਪੁੱਤਰ ਹਰਗੋਬਿੰਦ ਸਾਹਿਬ ਦੇ ਪੋਤਰੇ ਇਹੋ ਜਿਹਾ ਖਾਲਸਾ ਸਾਜਣਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੇ ਸਿੱਖ ਹੋਇਆ ਕਰਨਗੇ। ਤੇਰੇ ਜਿਹੜੇ ਪਰਿਵਾਰ ਵਾਲੇ, ਤੇਰੀ ਬੰਸ ਹੈ ਨਾ ਜਿਹੜੀ, ਉਹ ਸਿੱਖਾਂ ਦੇ ਅੱਗੇ ਜਾ ਕੇ ਘਰਾਂ 'ਚ ਸੇਵਾ ਕਰਿਆ ਕਰੇਗੀ, ਸਿੱਖਾਂ ਦੇ ਚਰਨ ਪਕੜਿਆ ਕਰੇਗੀ। ਸਾਡੇ ਪੁੱਤਰ ਹਰਗੋਬਿੰਦ ਸਾਹਿਬ ਦੇ ਪੋਤਰੇ ਉਹਦੇ ਖਾਲਸੇ ਸਾਜੇ ਦੇ ਚਰਨ ਜਾ ਕੇ ਪਕੜਿਆ ਕਰਨਗੇ। ਪਾਏ ਆਸਹੀਨਤਾ ਜੋ ਪਾਖੈ ਤੂੰ ਮਹਾਨ ਕੈ। ਤੇ ਇਹੋ ਜੀ ਹੀਣਤਾ ਤੇਰੇ ਵੰਸ਼ ਅੱਗੇ ਪ੍ਰਾਪਤ ਕਰੇਗੀ। ਤੂੰ ਕਹਿਣਾ ਨਾ ਮੈਂ ਬਹੁਤ ਬਲ ਵਾਲਾ, ਬੜਾ ਹੰਕਾਰਿਆ, ਤੇਰੀ ਐਸੀ ਹਾਲਤ ਹੋਵੇਗੀ, ਤੇਰੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪੁੱਤਰ ਹਰਗੋਬਿੰਦ ਸਾਹਿਬ ਦੇ ਪੋਤਰੇ ਦੇ ਅੱਗੇ ਸਿੱਖਾਂ ਤੋਂ ਸਿੱਖੀ ਮੰਗਿਆ ਕਰਨਗੇ। ਅਚਲ ਕਲੰਕ ਤੇਰੇ ਅਮਿਟ ਮਯੰਕ ਕੇ ਜਿਉ। ਤੇਰੇ ਮੱਥੇ ਤੇ ਕਲੰਕ ਜਿਹੜਾ ਲੱਗਿਆ ਉਹ ਇਸ ਤਰ੍ਹਾਂ ਜਿਵੇਂ ਚੰਦਰਮਾ ਤੇ ਲੱਗਿਆ ਹੋਇਆ ਕਲੰਕ ਅਮੇਟ ਹੈ ਨਾ, ਤੇਰੇ ਮੱਥੇ ਤੇ ਲੱਗੇ ਕਲੰਕ ਲੈਣੇ ਨਹੀਂ ਕਦੇ ਪ੍ਰਿਥੀ ਚੰਦ। ਸੁਣ ਸੁਣ ਦੁਖ ਤੇਰੋ ਦੋਸ਼ ਬੁਰੋ ਮਾਨ ਕੈ। ਤੇ ਤੇਰੀ ਅੱਗੇ ਔਲਾਦ ਜਿਹੜੀ ਤੇਰੀ ਸੀਨਾ ਬਸੀਨਾ ਪੀੜ੍ਹੀ ਦਰ ਪੀੜ੍ਹੀ ਅੱਗੇ ਤੇਰੀ ਅੰਸ ਬੰਸ ਹੋਵੇਗੀ, ਉਹ ਤੇਰੀਆਂ ਖੁਟਾਈਆਂ, ਤੇਰੀ ਨਿੰਦਾ ਸੁਣ ਸੁਣ ਕੇ ਦੁਖੀ ਹੋਇਆ ਕਰੇਗੀ ਤੇ ਮਨ ਵਿੱਚ ਤੈਨੂੰ ਗਾਲਾਂ ਕੱਢਿਆ ਕਰਨਗੇ, ਵਿਚਾਰਿਆ ਕਰਨਗੇ ਵੀ ਸਾਡਾ ਹੈ ਤਾਂ ਵੱਡਾ ਸੀ ਪ੍ਰਿਥੀ ਚੰਦ, ਪਰ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਵਾਲਾ ਇੱਕ ਵੀ ਗੁਣ ਨਹੀਂ ਸੀ, ਤੇ ਬੁਰਾ ਮੰਨਿਆ ਕਰਨਗੇ ਸਾਰੇ ਤੈਨੂੰ। ਦੋਹਰਾ ਕਰਤ ਪਾਪ ਸੁਖ ਚਤ ਨਹੀਂ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੱਡਾ ਪਾਪੀ ਹੈ ਪ੍ਰਿਥੀ ਚੰਦ, ਪਾਪ ਕਰਦਾ ਸੰਕੋਚ ਨਹੀਂ ਕਰਦਾ ਹੈ। ਦੁਰਮਤ ਮਤ ਸਰਤਾਰ। ਖੋਟੀ ਮਤ ਹੈ। ਦੂਜਾ ਇਹਨੇ ਮਨ ਵਿੱਚ ਮਹਾਰਾਜ ਦੇ ਪ੍ਰਥਾਏ ਈਰਖਾ ਧਾਰੀ ਹੈ। ਬਨ ਬਨ ਦੀਨ ਸੋ ਬੇਨਤੀ। ਇਸ ਤਰ੍ਹਾਂ ਜਿਹੜਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਜੀ ਸਦਕੇ ਜਾ,
ਕਰ ਪਾਪ ਨਾ ਸੰਕੋਚ ਕਰ। ਆਏ ਨਮਾਣਾ ਬਣ ਕੇ ਨਾ ਦੀਨ, ਗਰੀਬ ਜਿਹਾ ਦੁਖੀ ਬਣ ਕੇ ਭਾਖਾ ਤੁਰਕ ਅਗਾਰ। ਤੇ ਜਾ ਕੇ ਤੁਰਕਾਂ ਦੇ ਗੋਡੀ ਪੈ, ਉਹਨਾਂ ਦੇ ਅੱਗੇ ਹੱਥ ਜੋੜ ਜੋੜ ਕੇ ਜਾ, ਜਿੱਥੇ ਮਰਜੀ ਬੇਨਤੀਆਂ ਕਰ ਲੈ। ਅਧਿਕ ਸਪਰਧਾ ਵੱਧ ਚੱਲੀ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆਪਸ ਵਿੱਚ ਬਹੁਤ ਝਗੜਾ ਅੱਜ ਵੱਧ ਚੱਲਿਆ ਹੈ। ਕਹਿ ਸੁਣ ਬਾਕ ਕਠੋਰ। ਦੋ ਪਾਸਿਓਂ ਬੜੇ ਕਠੋਰ ਹੀ ਬਚਨ ਕਹੇ ਜਾ ਰਹੇ ਆ। ਪ੍ਰਿਥੀ ਚੰਦ ਘੱਟ ਵੀ ਨਹੀਂ, ਕਿਉਂਕਿ ਸਾਰਾ ਕੁਝ ਸਾਹਮਣੇ ਆਉਣ ਤੇ ਵੀ ਸ਼ਰਮਿੰਦਾ ਨਹੀਂ ਹੁੰਦਾ, ਉਲਟਾ ਝਗੜਾ ਕਰਦਾ ਸਤਿਗੁਰਾਂ ਨਾਲ। ਗਾਰ ਦੇਤ ਪ੍ਰਿਥੀਆ ਉਠਿਓ। ਤੇ ਮਹਾਰਾਜ ਨੂੰ ਗਾਲਾਂ ਕੱਢਦਾ ਹੋਇਆ ਭੱਦੀ ਸ਼ਬਦਾਵਲੀ ਬੋਲਦਾ ਪ੍ਰਿਥੀ ਚੰਦ ਮਹਾਰਾਜ ਦੇ ਘਰੋਂ ਉੱਠ ਕੇ ਤੁਰ ਗਿਆ ਹੈ। ਗਮਨਿਓ ਨਿਜ ਕਰ ਔਰ। ਤੇ ਮਹਾਰਾਜ ਦੇ ਘਰੋਂ ਉੱਠ ਕੇ ਆਪਦੇ ਘਰ ਵੱਲ ਨੂੰ ਤੁਰ ਪਿਆ ਹੈ। ਨਰਕ ਪਰਣ ਕੀ ਕਰਤ ਮਤ। ਗੱਲ ਇਹ ਹੈ ਵੀ ਪ੍ਰਿਥੀ ਚੰਦ ਮੱਤ ਧਾਰੀ ਬੈਠਾ, ਉਹ ਮੱਤ ਜਿਹੜੀ ਇਹਨੂੰ ਨਰਕਾਂ ਵਿੱਚ ਲੈ ਡੁੱਬੇਗੀ। ਚਿੰਤਾ ਨਦੀ ਵਿਸ਼ਾਲ। ਦੂਜਾ ਚਿੰਤਾ ਦੀ ਨਦੀ ਵਿੱਚ, ਜਿਹੜੀ ਵਿਸਾਲ ਬੜੀ ਡੂੰਘੀ ਵੱਡੀ ਲੰਮੀ ਚੌੜੀ ਤੇਜ਼ ਬਹਾਵ ਵਾਲੀ ਚਿੰਤਾ ਰੂਪ ਨਦੀ ਵਿੱਚ ਪ੍ਰਿਥੀ ਚੰਦ ਵਹਿੰਦਾ ਜਾਂਦਾ ਹੈ। ਬਹਿਓ ਜਾਤ ਡੁੱਬਤੋ ਸਕਲ। ਹਾਂ ਕਹਿੰਦੇ ਡੁੱਬਦਾ ਜਾਂਦਾ ਹੈ, ਵਹਿੰਦਾ ਜਾਂਦਾ ਹੈ। ਗੁਰਿਆਈ ਦੇ ਤਖਤ ਲੈਣ ਬਾਬਤ ਚਿੰਤਾ ਹੈ, ਪਾਪ ਕਰਦਾ ਹੈ, ਖੋਟੀ ਮਤ ਧਾਰੀ ਹੋਈ ਹੈ। ਕਲ ਮਲ ਕਲਤ ਕਰਾਲ। ਜਿਹੜੇ ਬਹੁਤ ਭਾਰੀ ਬੱਜਰ ਪਾਪ ਹੈ ਨਾ, ਕਲਯੁਗ ਦੇ ਸਮੇਂ ਦੇ ਮਲੀਨ ਪਾਪ, ਭਿਆਨਕ ਪਾਪ ਉਹ ਕਰਦਾ ਜਾ ਰਿਹਾ ਹੈ। ਦੋਹਰਾ ਪ੍ਰਿਥੀਆ ਗਮਨਤ ਧਾਮ ਕੋ। ਤੇ ਮਹਾਰਾਜ ਦੇ ਘਰੋਂ ਉੱਠ ਕੇ ਪ੍ਰਿਥੀ ਚੰਦ ਜਦੋਂ ਆਪਣੇ ਘਰ ਨੂੰ ਤੁਰਿਆ, ਹਟ ਫਿਰ ਠਾਡੋ ਹੋਏ। ਤੇ ਤੁਰ ਕੇ ਨਾ ਤੇ ਮਹਾਰਾਜ ਦੇ ਦਰਵਾਜ਼ੇ ਕੋਲ ਜਾ ਕੇ ਫਿਰ ਖੜ ਗਿਆ। ਖੜ ਕੇ ਫੇਰ ਪਿੱਛੇ ਨੂੰ ਭੌਂ ਕੇ ਮੁੜਿਆ ਹੈ। ਕਹਿਣ ਲੱਗਿਓ ਕਰ ਕ੍ਰੋਧ ਕੋ। ਜਾਂਦਾ ਜਾਂਦਾ ਕਹਿਣ ਲੱਗਿਆ ਬੜੇ ਗੁੱਸੇ ਦੇ ਨਾਲ ਸਤਿਗੁਰਾਂ ਨੂੰ, ਧਨ ਦੇ ਤੁਝ ਸਭ ਕੋਏ। ਮਹਾਰਾਜ ਨੂੰ ਕਹਿੰਦਾ ਕੋਈ ਨਾ, ਭਾਵੇਂ ਸਾਰੇ ਸਿੱਖ ਤੁਹਾਨੂੰ ਬੜੀ ਧਨ ਦਿੰਦੇ ਐ, ਪੂਜਾ ਕਰਦੇ ਤੁਹਾਡੀ। ਸਵਈਆ ਛੰਦ ਸੁਖ ਕੀ ਨਾ ਨੀਂਦ ਸੋਵਣ ਦੇਵੋ ਕਰ ਪੁਕਾਰ ਮੈਂ। ਕਹਿੰਦਾ ਮਹਾਰਾਜ ਬੇਸ਼ੱਕ ਬਹੁਤ ਧਨ ਆਉਂਦਾ ਤੁਹਾਡੇ ਘਰ, ਪਰ ਜਾਣ ਲਓ ਮੇਰਾ ਨਾਮ ਪ੍ਰਿਥੀ ਚੰਦ ਹੈ। ਤੁਹਾਨੂੰ ਅੰਮ੍ਰਿਤਸਰ ਸਾਹਿਬ ਵਿੱਚ ਮੈਂ ਸੁਖ ਦੀ ਨੀਂਦ ਨਹੀਂ ਸੌਣ ਦੇਵਾਂਗਾ। ਪੁਕਾਰ ਮੈਂ ਪਕਰ ਮੰਗਾਏ। ਕਰ ਪੁਕਾਰ ਮੈਂ ਪਕਰ ਮੰਗਾਏ, ਸਵਈਏ ਦੀ ਚਾਲ ਹੈ। ਤੋ ਪੁਕਾਰ ਕਰਾਂਗਾ ਮੈਂ ਦਰਬਾਰ ਦਿੱਲੀ ਵਿੱਚ ਜਾ ਕੇ ਜਹਾਂਗੀਰ ਦੇ ਪਾਸ, ਉੱਥੇ ਮੈਂ ਚੱਲਿਆ ਪਰਿਵਾਰ ਲੈ ਕੇ, ਉੱਥੇ ਬੰਨ ਕੇ ਮਸ਼ਕਾਂ ਤੁਹਾਨੂੰ ਦਿੱਲੀ ਮੰਗਵਾਵਾਂਗਾ, ਇੱਥੇ ਸੁੱਖ ਦੀ ਨੀਂਦ ਨਹੀਂ ਸੌਣ ਦੇਵਾਂਗਾ। ਸੁਤ ਬਨੇ ਤਾਜਾ ਤੋ ਖੇਦਤ ਕਰਕੇ। ਪਤਨੀ ਸਮੇਤ ਪੁੱਤਰ ਸਮੇਤ ਜਦੋਂ ਤੁਹਾਨੂੰ ਬਹੁਤ ਦੁਖੀ ਕੀਤਾ ਗਿਆ, ਜਦ ਤੁਰਕਨ ਤੇ ਤੁਝ ਕੋ ਮਰਵਾਏ। ਤੁਰਕਾਂ ਤੋਂ ਦੁਖੀ ਕਰਕੇ ਤੁਹਾਨੂੰ ਮਰਵਾਵਾਂਗਾ, ਫੌਜਾਂ ਚੜਾ ਕਰਕੇ ਤੁਹਾਨੂੰ, ਤੁਹਾਡੇ ਸਾਹਿਬਜ਼ਾਦੇ ਨੂੰ ਤੇ ਤੁਹਾਡੇ ਮਹਿਲ ਮਾਤਾ ਗੰਗਾ ਜੀ ਨੂੰ, ਸਭ ਨੂੰ ਮੈਂ ਤੁਰਕਾਂ ਤੋਂ ਮਰਵਾਵਾਂਗਾ ਬੜਾ ਬੁਰੀ ਤਰ੍ਹਾਂ ਹੀ। ਮੂਛਣ ਪਰਨਿਜ ਕਰ ਕੋ ਫੇਰਤ। ਇਸ ਤਰ੍ਹਾਂ ਲੋਹਾ ਲਾਖਾ ਹੁੰਦਾ ਨਾ, ਮਹਾਰਾਜ ਨੂੰ ਕਹਿੰਦਾ ਕੱਖ ਨਹੀਂ ਛੱਡਾਂਗਾ ਮੈਂ, ਸੁੱਖ ਦੀ ਨੀਂਦ ਨਹੀਂ ਸੌਣ ਦੇਵਾਂਗਾ ਤੁਹਾਨੂੰ। ਇਸ ਤਰ੍ਹਾਂ ਦੇ ਬਚਨ ਕਰਦਾ ਤੇ ਮੁੱਛਾਂ ਨੂੰ ਹੱਥ ਫੇਰਦਾ, ਵੱਟ ਚੜਾਉਂਦਾ ਸਤਿਗੁਰਾਂ ਨੂੰ ਵੇਖ ਕੇ। ਤਾਉ ਮੈਂ ਪ੍ਰਿਥੀਆ ਨਾਮ ਕਹਾਏ। ਹਾਂ ਤੇ ਮੁੱਛਾਂ ਨੂੰ ਹੱਥ ਮਾਰਦਾ ਕਹਿੰਦਾ ਤਾਂ ਮੈਂ ਆਪਦਾ ਨਾਮ ਪ੍ਰਿਥੀ ਚੰਦ ਕਹਾਵਾਂਗਾ, ਜੇ ਤੁਹਾਨੂੰ ਜਿਉਂਦੇ ਨਾ ਮਰਵਾਇਆ ਦੁਖੀ ਕਰ ਕਰਕੇ। ਮਿਲਨ ਹੋਏ ਤਾਂ ਬਹੁ ਤੋਂ ਮਰੈ ਸੰਗ। ਉਦੋਂ ਤੁਹਾਡਾ ਮੈਂ ਹੁਣ ਦਿੱਲੀ ਚੱਲਿਆ, ਉੱਥੇ ਹੀ ਤੁਹਾਡਾ ਮੇਰੇ ਨਾਲ ਮਿਲਾਪ ਹੋਵੇਗਾ। ਰਾਖਾ ਯਾਦ ਬਿਸਰ ਜੇ ਨ ਜਾਏ। ਹਾਂ ਭੁਲਾਣਾ ਦੇਣਾ ਅਰਜੁਨ ਦੇਵ ਕਿਤੇ, ਯਾਦ ਰੱਖਿਆ ਜੇ ਮੇਰੀ ਗੱਲ ਜਿਹੜੀ, ਕੰਨ ਖੋਲ ਕੇ ਸੁਣ ਲਓ। ਇਮ ਸੁਨ ਸਤਿਗੁਰ ਕਰਿਓ ਤਿਕਾਰਨ। ਸੁਣ ਕੇ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਿਥੀ ਚੰਦ ਤੇਰੇ ਪੈਦਾ ਹੋਣ ਤੇ ਲਾਹਨਤ ਹੋਵੇ। ਕਰਮ ਕਾਰਨ ਕੋ ਤਿਕ ਤਿਕ ਤੋਹੇ। ਹਾਂ ਜਿਹੜੇ ਕਰਮ ਕਰਦਾ ਨਾ, ਫਿੱਟੇ ਮੂੰਹ ਹੈ ਤੇਰੇ ਕਰਮਾਂ ਦੇ, ਤੇਰੇ ਪਾਪ ਰੂਪ ਕਰਮ ਜਿਹੜੇ ਕੰਮ ਕਰਦਾ ਨਾ ਖੋਟੇ, ਇਹਨਾਂ ਕੀਤੇ ਹੋਏ ਕੰਮਾਂ ਤੇ ਲਾਹਨਤ ਹੈ। ਪੁੰਨ ਤੇਰੇ ਬਾਕਣ ਕੋ ਤਿਕ ਤਿਕ। ਤੇ ਜਿਹੜੇ ਵਾਕ ਸਾਨੂੰ ਕਹਿੰਦਾ ਮੰਦ ਗਾਲਾਂ ਕੱਢਦਾ, ਤੇਰੇ ਇਹੋ ਜੀ ਜ਼ੁਬਾਨ ਤੇ ਤੇਰੇ ਬਾਕਾਂ ਤੇ ਧ੍ਰਿਗ ਹੋਵੇ, ਲਾਹਨਤ ਹੋਵੇ। ਕਾਰਨ ਪੈਜ ਕੋ ਤਿਕ ਤਿਕ ਹੋਏ। ਹਾਂ ਜਿਹੜੀ ਪੈਜ ਜੀ ਆਪਦੀ ਵਿਖਾਉਣਾ ਰੱਖ ਕੇ, ਇਸ ਪੈਜ ਦੇ ਤੇਰੇ ਕੀਤੇ ਹੋਏ ਉਦਮਾਂ ਦੇ
ਤ੍ਰਿਗ ਹੋਵੇ ਲਾਹਣਤ ਹੋਵੇ। ਮੁਖ ਕੋ ਧਿਕ ਧਿਕ ਮੂਛਾਂ ਨ ਧਿਕ ਧਿਕ। ਗੁਰੂ ਰਾਮਦਾਸ ਮਹਾਰਾਜ ਦੇ ਘਰ ਪੈਦਾ ਹੋ ਕਰਕੇ ਤੇ ਗੁਰਿਆਈ ਦੇ ਵਾਸਤੇ ਤੂੰ 5-5 ਸਾਲ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣਾ, ਇਹ ਤੇਰੇ ਮੁਖ ਦੇ ਲਾਹਣਤ ਹੈ। ਤੇ ਆਪਦਾ ਕਸੂਰ ਮੰਨਣ ਦੀ ਬਜਾਏ ਮੁੱਛਾਂ ਚਾੜਦਾ। ਮਹਾਰਾਜ ਕਹਿੰਦੇ ਤੇਰੇ ਇਹਨਾਂ ਮੁੱਛਾਂ ਤੇ ਵੀ ਲਾਹਣਤ ਹੋਵੇ, ਲਾਹਣਤ ਹੋਵੇ। ਕੁਲ ਕੀ ਰੀਤ ਤਜੀ ਤਿਕ ਜੋਹੇ। ਮਹਾਰਾਜ ਕਹਿੰਦੇ ਕੁਲ ਦੀ ਰੀਤੀ ਛੱਡ ਦਿੱਤੀ। ਇਹ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪਰਿਵਾਰ ਸੀ। ਪ੍ਰਿਥੀ ਚੰਦ ਤੂੰ ਕਿਹੜੇ ਪਾਸੇ ਤੁਰ ਪਿਆ ਹੈ? ਲਾਹਣਤ ਹੈ ਤੇਰੇ ਪੈਦਾ ਹੋਣ ਤੇ। ਪਰ ਹੈ ਨਰਕ ਮੈਂ ਹੈ ਤਾਰ ਹੈ ਨਾਹੀ ਕੋ। ਤੂੰ ਨਰਕ ਵਿੱਚ ਪਏਗਾ, ਕੋਈ ਨਰਕ ਚੋਂ ਤੈਨੂੰ ਕੱਢਣ ਵਾਲਾ ਤਾਰਨ ਵਾਲਾ ਨਹੀਂ ਹੋਣਾ। ਗਨ ਕਾਲ ਮਲ ਕਰੇ ਤਾ ਔਰ ਕ੍ਰੋਹੇ। ਤੇ ਇਸ ਤਰ੍ਹਾਂ ਤੇਰੀ ਹਾਲਤ ਹੋਵੇਗੀ। ਬਹੁਤ ਪਾਪ ਕਰਨ ਵਾਲਾ ਤੂੰ ਮਨ ਦਾ ਬੜਾ ਕਠੋਰ ਹੈ। ਗਮਨਿਓ ਪ੍ਰਿਥੀਆ ਗਾਰ ਨਿਕਾਸਤ। ਇਸ ਤਰ੍ਹਾਂ ਸਾਧ ਸੰਗਤ ਜੀ ਗਾਲਾਂ ਨੀਆਂ ਕੱਢਦਾ ਨਾ ਪ੍ਰਿਥੀ ਚੰਦ ਮਹਾਰਾਜ ਨੂੰ। ਸੱਚੇ ਪਾਤਸ਼ਾਹ ਕਹਿੰਦੇ ਲਾਹਣਤ ਹੈ ਭਾਈ ਤੇਰੀ ਜ਼ਬਾਨ ਦੇ, ਲਾਹਣਤ ਆ ਤੇਰੇ ਇਹਨਾਂ ਮੁੱਛਾਂ ਤੇ ਵੇਖ ਕੇ ਵੱਟ ਚਾੜਦਾ ਤੂੰ, ਉਲਟਾ ਪਾਪ ਕਰਦਾ ਬੇਸ਼ਰਮਾ ਵਾਂਗੂ, ਫਿਰ ਟਲਦਾ ਨਹੀਂ। ਸਤਿਗੁਰਾਂ ਤੋਂ ਲਾਹਣਤਾਂ ਸੁਣਦਾ। ਬਹੁਤ ਗੁੱਸੇ ਦੇ ਨਾਲ ਪ੍ਰਿਥੀ ਚੰਦ ਆਪਣੇ ਘਰ ਨੂੰ ਗਾਲਾਂ ਨੀਆਂ ਕੱਢਦਾ ਨਾ, ਸਤਿਗੁਰਾਂ ਨੂੰ ਪਹੁੰਚ ਗਿਆ ਹੈ। ਸਦਨ ਪ੍ਰਵੇਸ਼ੇ ਓਰਿ ਦਾਤ ਪੰਤ। ਮਨ ਐਨ ਸੜਿਆ ਬਲਿਆ ਹੈ ਝਗੜਾ ਕਰ ਕਰਕੇ, ਤੇ ਤਪਦਾ ਬਲਦਾ ਸੜਦਾ ਘਰ ਵਿੱਚ ਜਾ ਵੜਿਆ। ਗਿਣਤੀ ਗਿਣਤ ਅਨੇਕੋ ਭਾਂਤ ਤੇ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਗਿਣਦਾ ਹੈ। ਨਹਿ ਪੂਰਬ ਸੋ ਚਿਤ ਚਿਤਵੰਤ। ਤੇ ਮਨ ਵਿੱਚ ਨੇ ਇਹ ਚਿਤਵਣੀ ਕੀਤੀ ਵੀ ਹੁਣ ਇੱਥੇ ਨਹੀਂ ਰਹਿਣਾ। ਮੈਂ ਮਨ ਵਿੱਚ ਵਿਚਾਰ ਕਰਦਾ ਵੀ ਇੱਥੇ ਅੰਮ੍ਰਿਤਸਰ ਸਾਹਿਬ ਮੈਂ ਹੁਣ ਰਵਾਂਗਾ ਨਹੀਂ। ਆਏ ਸੰਗਤਾਂ ਮੁਖ ਪਰ ਮੇਰੇ। ਕਿਉਂਕਿ ਜੇ ਮੈਂ ਅੰਮ੍ਰਿਤਸਰ ਰਿਹਾ, ਹੁਣ ਸਭ ਨੂੰ ਪਤਾ ਲੱਗ ਚੁੱਕਿਆ। ਬ੍ਰਾਹਮਣ ਬੋਲ ਪਿਆ ਵੀ ਮੈਨੂੰ 500 ਰੁਪਈਆ ਦੇ ਕੇ ਪ੍ਰਿਥੀ ਚੰਦ ਨੇ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਵਾਇਆ ਸੀ। ਸਭ ਸੰਗਤਾਂ ਇਸ ਗੱਲ ਤੋਂ ਜਾਣੂ ਹੈ। ਜੇ ਮੈਂ ਅੰਮ੍ਰਿਤਸਰ ਟਿਕਾਂਗਾ, ਮੇਰੇ ਘਰ ਵਿੱਚ ਵੜਨਗੇ ਸਿੱਖ, ਮੇਰੇ ਮੂੰਹ ਤੇ ਨਿੰਦਾ ਕਰਨਗੇ, ਮਾੜਾ ਬੋਲਣਗੇ। ਨਿੰਦਾ ਭਾਖਹਿਗੇ ਅਤੇ ਅੰਤ। ਤੇ ਬਹੁਤ ਨਿੰਦਾ ਹੋਵੇਗੀ, ਗਾਲੀ ਗਲੋਚ, ਮੈਨੂੰ ਲਾਣਤਾਂ ਪਾਵੇਗੀ ਸਿੱਖ ਸੰਗਤ ਸਾਰੀ। ਸਹੀ ਨਾ ਜਾਏ ਬਿਗਾਰੋ ਹੋਏਗੋ। ਤੇ ਮੇਥੋਂ ਸਹੀ ਨਹੀਂ ਜਾਣੀ, ਐਵੇਂ ਕੋਈ ਮੇਰੇ ਹੱਥੋਂ ਸਿੱਖ ਮਰ ਜਾਵੇਗਾ, ਐਵੇਂ ਕੋਈ ਇੱਥੇ ਰੌਲਾ ਪਵੇ, ਕੋਈ ਵਿਗਾੜ ਪੈ ਜਾਵੇਗਾ। ਪਰ ਹੈ ਰਾਰ ਤਿਸ ਕਾਲ ਤੁਰੰਤ। ਕਿਉਂਕਿ ਜਦੋਂ ਮੈਨੂੰ ਕੋਈ ਬੋਲੇਗਾ ਤੇ ਫਿਰ ਮੈਂ ਸਹਿਣਾ ਨਹੀਂ। ਇਹ ਮਨ 'ਚ ਵਿਚਾਰਦਾ ਪ੍ਰਿਥੀ ਚੰਦ। ਜੇ ਨਾ ਸਿਆ ਗਿਆ, ਕੋਈ ਐਵੇਂ ਝਗੜਾ ਹੋ, ਕੋਈ ਇੱਥੇ ਸਿੱਖ ਮਰੂ ਮੇਰੇ ਹੱਥੋਂ। ਜਦੋਂ ਮੇਰੀ ਨਿੰਦਾ ਕਰਨਗੇ, ਮੂੰਹ ਤੇ ਕੁਝ ਬੋਲਣਗੇ ਵੀ ਤੂੰ ਜ਼ਹਿਰ ਦਵਾਇਆ, ਲਿਹਾਜ਼ ਨਹੀਂ ਮੇਰੇ ਤੋਂ ਹੋਵੇਗਾ। ਇਸ ਕਰਕੇ ਬਹੁਤ ਰੌਲਾ ਪੈ ਜਾਵੇਗਾ। ਤੇ ਸੋ ਕੇ ਸਿੱਖ ਸੰਗਤ ਬਾਹ ਆਵੈ। ਬਾਕੀ ਝਗੜਾ ਕਰਨ ਮੈਂ ਅੰਮ੍ਰਿਤਸਰ ਰਹਿ ਕੇ ਝਗੜੇ ਵਿੱਚ ਵੀ ਹਾਰ ਜਾਵਾਂਗਾ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਸੰਗਤ ਆਉਂਦੀ ਹੈ। ਅਨਗਨ ਧਨ ਆਨਹਿ ਮਨ ਚਾਏ। ਤੇ ਮਨ ਦਾ ਚਾਅ ਧਾਰ ਧਾਰ ਕੇ ਹਜ਼ਾਰਾਂ ਲੱਖਾਂ ਰੁਪਏ ਧਨ ਵੀ ਸੰਗਤ ਲੈ ਕੇ ਆਉਂਦੀ ਹੈ। ਅਲਪ ਹੋਏ ਮੁਝੋਟੇ ਗੁਤਾਬ। ਤਬ ਹਾਂ ਹਾਰੋ ਤੋ ਹੈ ਤਾਂ ਮੇਰੇ ਤੋਂ ਛੋਟੇ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਪਰ ਮੇਰੇ ਕੋਲ ਮਾਇਆ ਵੀ ਹੈ ਨਹੀਂ। ਤੇ ਸੰਗਤ ਮੇਰੇ ਕੋਲ 10-15 ਜਣੇ ਹੀ ਆਉਂਦੇ, ਵੱਧ ਤੋਂ ਵੱਧ 20 ਪਰਿਵਾਰ ਆਉਂਦੇ ਹੋਣੇ ਆ, ਕਿਉਂਕਿ ਖੋਟਾ ਸੀ, ਸਭ ਨੂੰ ਪਤਾ। ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸੰਗਤ ਬਹੁਤ ਆਉਂਦੀ ਹੈ, ਮਾਇਆ ਕਰਕੇ ਵੀ ਬਹੁਤ ਖੁੱਲੀ ਮਾਇਆ, ਸ਼ਾਨੋ ਸ਼ੌਕਤ ਬਹੁਤ ਹੈ। ਫਿਰ ਸਾਰਾ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਹਾਮੀ ਭਰਦਾ। ਇੱਥੇ ਰਹਿ ਕੇ ਮੈਂ ਵੱਡਾ ਹੁੰਦਿਆਂ ਹੋਇਆਂ ਵੀ ਹਾਰ ਜਾਵਾਂਗਾ। ਘਰ ਪ੍ਰਵੇਸ਼ੈ ਲੂਟਣ ਲੈ ਜਾਏ। ਮੇਰੇ ਕੋਲ ਮਾਇਆ ਥੋੜੀ ਤਾਂ ਵੀ ਮੈਂ ਹਾਰ ਜਾਵਾਂਗਾ। ਇਹ ਨਾ ਹੋਵੇ ਵੀ ਸਿੱਖ ਗੁੱਸੇ ਦੇ ਮਾਰੇ ਮੇਰੇ ਘਰ ਵਿੱਚ ਆਣ ਵੜਨ, ਕਿਉਂਕਿ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਦਾ ਗੁੱਸਾ ਬਹੁਤ ਕਰੇਗੀ ਸਿੱਖ ਸੰਗਤ, ਜਿਸ ਕਰਕੇ ਮੇਰੇ ਘਰੇ ਵੜੂਗੀ ਸਿੱਖ ਸੰਗਤ। ਤੇ ਇਹ ਨਾ ਹੋਵੇ ਅਸੀਂ 2-4 ਜਣੇ ਆ, 10 ਜਣੇ ਕੀ ਕਰਾਂਗੇ, ਭਲਾ ਮੇਰਾ ਸਾਰਾ ਘਰ ਬਾਹਰ ਲੁੱਟ ਕੇ ਲੈ ਜਾਣ। ਜਹਾਂ ਪ੍ਰਬਲ ਰੇ ਪੁਨਿਤ ਪ੍ਰਾਤ ਟਿਗ ਰਹਿ। ਸਿਆਣੇ ਕਹਿੰਦੇ ਜਿੱਥੇ ਦੁਸ਼ਮਣ ਤੁਹਾਡਾ ਬੜਾ ਬਲ ਵਾਲਾ ਤਗੜਾ ਤੁਹਾਥੋਂ ਲਾਗੇ ਰਹਿੰਦਾ ਹੈ, ਤਹਿ ਤੇ ਕੁਸ਼ਲ ਚਾਹੈ ਕਿਸ ਪਾਏ। ਉਥੇ ਕਦੇ ਵੀ ਖੁਸ਼ੀ ਨਹੀਂ ਮਿਲੇਗੀ, ਕਦੇ ਵੀ ਜਿੱਤ ਨਹੀਂ ਪ੍ਰਾਪਤ ਹੋਵੇਗੀ। ਜਿੱਥੇ ਦੁਸ਼ਮਣ ਤੁਹਾਥੋਂ ਵੱਧ ਤਾਕਤ ਵਾਲਾ ਤੇ ਨੇੜੇ ਰਹਿੰਦਾ ਹੋਵੇ, ਨੀਤੀ ਕਹਿੰਦੀ ਉੱਥੇ ਕਦੇ ਸ਼ਾਂਤੀ ਨਹੀਂ ਹੁੰਦੀ।
ਪ੍ਰਿਥੀ ਚੰਦ ਵਿਚਾਰਦਾ ਹੈ। ਸਰਪ ਸ਼ੇਰ ਕੋ ਜਥਾ ਸਮੀਪੀ। ਇਹ ਤਾਂ ਬਸ ਐ ਵੀ ਜਿਵੇਂ ਸੱਪ ਦੇ ਕੋਲ ਰਹਿਣਾ ਹੋਵੇ ਜਾਂ ਸ਼ੇਰ ਦੇ ਕੋਲ ਰਹਿਣਾ ਮੌਤ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਤਗੜੇ ਦੁਸ਼ਮਣ ਕੋਲ ਰਹਿਣਾ ਮਾਨੋ ਸੱਪ ਕੋਲ ਰਹਿਣਾ, ਮਾਨੋ ਸ਼ੇਰ ਦੇ ਕੋਲ ਰਹਿਣਾ ਹੈ। ਇੱਕ ਦਿਨ ਮਹਿ ਕਾਬੇ ਹੂੰ ਬੇਨਸਾਏ। ਤੇ ਇੱਕ ਨਾ ਇੱਕ ਦਿਨ ਜ਼ਰੂਰ ਮੇਰਾ ਨਾਸ਼ ਹੋ ਜਾਵੇਗਾ ਜੇ ਮੈਂ ਇੱਥੇ ਰਿਹਾ। ਸੱਪ ਕੋਲ ਰਹਿਣ ਵਾਲਾ ਕਿੰਨਾ ਚਿਰ ਬਚ ਸਕਦਾ ਹੈ, ਸ਼ੇਰ ਕੋਲ ਰਹਿਣ ਵਾਲਾ ਕਿੰਨਾ ਚਿਰ ਬਚ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਮੇਥੋਂ ਤਗੜੇ ਵੈ, ਸੰਗਤਾਂ ਬਹੁਤ ਇਹਨਾਂ ਦੇ ਪਾਸ, ਬਾਕੀ ਮੇਰੇ ਤਬਾਰ ਨਹੀਂ ਕਿਸੇ ਨੇ ਕਰਨਾ, ਕਿਉਂਕਿ 2-3 ਹੱਲੇ ਮੇਰੇ ਸਾਹਮਣੇ ਆ ਗਏ ਸੰਗਤਾਂ ਸਿੱਖਾਂ ਦੇ। ਇਸ ਕਰਕੇ ਮੇਰਾ ਇੱਥੇ ਰਹਿਣਾ ਵਾਜਬ ਨਹੀਂ। ਇੱਥੇ ਰਿਹਾ ਤੇ ਇੱਕ ਨਾ ਇੱਕ ਦਿਨ ਮਾਰਿਆ ਜਾਵਾਂਗਾ। ਪੁੱਤਰ ਭਾਰ ਜਾ ਸੰਗ ਲੈ ਚੱਲ। ਤੇ ਮਨ 'ਚ ਵਿਚਾਰ ਕੀਤਾ ਆਪਦੇ ਪੁੱਤਰ ਮਿਹਰਬਾਨ ਨੂੰ ਤੇ ਪਤਨੀ ਆਪਣੀ ਕਰਮੋਂ ਨੂੰ ਨਾਲ ਲੈ ਕਰਕੇ ਦਿੱਲੀ ਪੂਰੀ ਪਹੁੰਚ ਇੱਕ ਵਾਰ। ਇੱਕ ਵਾਰੀ ਔਖਾ ਸੌਖਾ ਇੱਥੋਂ ਨਿਕਲ ਕੇ ਰੌਲਾ ਪੈਣ ਤੋਂ ਪਹਿਲਾਂ, ਕਿਉਂਕਿ ਹੁਣ ਗੁਰੂ ਅਰਜਨ ਦੇਵ ਮਹਾਰਾਜ ਨਾਲ ਝਗੜਾ ਕੀਤਾ ਇਹਨੇ ਤੇ ਬ੍ਰਾਹਮਣ ਵਾਲੀ ਗੱਲ ਹੌਲੀ ਹੌਲੀ ਸਿੱਖਾਂ ਸੰਗਤਾਂ ਵਿੱਚ ਫੈਲ ਰਹੀ ਸੀ। ਸਾਰਿਆਂ ਨੂੰ ਅਜੇ ਪਤਾ ਨਹੀਂ ਸੀ ਲੱਗਾ। ਇਹ ਸੋਚਦਾ ਵੀ ਸਿੱਖਾਂ ਨੂੰ ਜ਼ਹਿਰ ਦੇਣ ਵਾਲੀ ਗੱਲ ਪਤਾ ਲੱਗਣ ਤੋਂ ਪਹਿਲਾਂ ਰੌਲਾ ਪੈਣ ਤੋਂ ਪਹਿਲਾਂ ਕਿਸੇ ਤਰ੍ਹਾਂ ਮੈਂ ਆਪਦੇ ਪਰਿਵਾਰ ਟੱਬਰ ਟੀਰ ਨੂੰ ਲੈ ਕੇ ਬਚਾ ਕੇ ਦਿੱਲੀ ਚਲਾ ਜਾਵਾਂ। ਸੁਲਹੀ ਸੋ ਮਿਲ ਮਸਲਤ ਕਰ। ਜਿਹੜਾ ਮੇਰਾ ਮਿੱਤਰ ਹੈ ਸੁਲਹੀ, ਉਹਦੇ ਨਾਲ ਮੈਂ ਜਾ ਕੇ ਮਿਲਾਂਗਾ, ਉਹਦੇ ਨਾਲ ਮੈਂ ਸਲਾਹ ਮਸ਼ਵਰਾ ਕਰਾਂਗਾ। ਜਹਾਂਗੀਰ ਟੇਗ ਕਰਾਂ ਪੁਕਾਰ। ਤੇ ਉਹਦੀ ਸਹਾਇਤਾ ਦੇ ਨਾਲ ਮੈਂ ਮੁਕੱਦਮਾ ਕਰਾਂਗਾ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਜਹਾਂਗੀਰ ਦੇ ਪਾਸ ਪਹੁੰਚ ਕਰਕੇ। ਜਹ ਮੈਂ ਜਾਉ ਸਿੱਖ ਤਹ ਮੇਰੇ। ਤੇ ਜਿੱਥੇ ਮੈਂ ਜਾਵਾਂਗਾ ਸਾਰੇ ਥਾਂ ਤੇ ਚਲੋ ਥੋੜੇ ਬਹੁਤੇ ਮੈਨੂੰ ਜਾਣਨ ਵਾਲੇ ਸਿੱਖ ਹਨਗੇ। ਆਨਹਿਗੇ ਸਭ ਹੀ ਉਪਹਾਰ। ਤੇ ਮੈਨੂੰ ਗੁਜ਼ਾਰੇ ਜੋਗੀ ਮਾਇਆ, ਜਿੱਥੇ ਮੈਂ ਦਿੱਲੀ ਵੀ ਚਲਾ ਗਿਆ ਉੱਥੇ ਉਹਦੀਆਂ ਸੰਗਤਾਂ ਜਿੰਨੀਆਂ ਕੁ ਮੈਨੂੰ ਜਾਣਦੀਆਂ ਉਹ ਮੈਨੂੰ ਗੁਜ਼ਾਰੇ ਜੋਗੀ ਮਾਇਆ ਦੇ ਛੱਡਣਗੀਆਂ। ਤਿੰਨ ਤੇ ਕਰ ਗੁਜਰਾਨ ਨਿਬਾਹਾਂ। ਤੇ ਉਹ ਮਾਇਆ ਲੈ ਕੇ ਮੈਂ ਆਪਦਾ ਤੋਰੀ ਫੁਲਕਾ ਚਲਾ ਲਵਾਂਗਾ, ਔਖਾ ਸੌਖਾ ਗੁਜ਼ਾਰਾ ਕਰੀ ਜਾਵਾਂਗਾ। ਰਹੇ ਇਕੱਤਰ ਸਰਬ ਪਰਿਵਾਰ। ਤੇ ਇਸ ਨਾਲ ਮੇਰਾ ਸਾਰਾ ਪਰਿਵਾਰ ਇੱਕੋ ਥਾਂ ਮਹਿਫੂਜ਼ ਰਹਿ ਜਾਵੇਗਾ। ਮੈਂ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਦਿੱਲੀ ਚਲਾ ਜਾਵਾਂ। ਇਹ ਵਿਚਾਰ ਸਾਧ ਸੰਗਤ ਜੀ ਜਿਹੜਾ ਹੈ ਪ੍ਰਿਥੀ ਚੰਦ ਨੇ ਕੀਤਾ, ਆਪਣੀ ਪਤਨੀ ਬੀਬੀ ਕਰਮੋਂ ਨੂੰ ਜਾ ਕੇ ਦੱਸਿਆ। ਉਹ ਵੀ ਮੰਨ ਗਈ ਵੀ ਇਸੇ 'ਚ ਹੀ ਭਲਾਈ ਵੀ ਹੁਣ ਆਪਾਂ ਨਿਕਲ ਚੱਲੀਏ, ਕਿਉਂਕਿ ਇਹਨੇ ਜਾ ਕੇ ਦੱਸਿਆ ਨਾ ਵੀ ਆਪਣਾ ਜ਼ਹਿਰ ਦੇਣ ਵਾਲਾ ਪੜਦਾ ਜਿਹੜਾ ਸਭ ਸੰਗਤਾਂ ਨੂੰ ਵੀ ਤੇ ਮਹਾਰਾਜ ਨੂੰ ਵੀ ਪਤਾ ਲੱਗ ਗਿਆ ਤੇ ਛੇਤੀ ਹੋਵੇ ਤੇ ਆਪਾਂ ਇੱਥੋਂ ਨਿਕਲ ਚੱਲੀਏ। ਉਹ ਬੀਬੀ ਕਰਮੋਂ ਨੇ ਵੀ ਸਲਾਹ ਦਿੱਤੀ ਵੀ ਇਸੇ 'ਚ ਹੀ ਆਪਣਾ ਭਲਾ ਹੈ ਪਤੀ। ਫਿਰ ਇਹਨੇ ਸਾਧ ਸੰਗਤ ਜੀ ਸਾਰਾ ਡੰਡਾ ਡੋਰੀ ਗੱਡਿਆਂ ਤੇ ਲੱਦ ਕੇ ਤੇ ਸਭ ਨੂੰ ਪਤਾ ਲੱਗਿਆ ਸਿੱਖਾਂ ਨੂੰ ਵੀ ਪ੍ਰਿਥੀ ਚੰਦ ਚੱਲਿਆ। ਬਹੁਤ ਰੌਲਾ ਪਿਆ ਉਸ ਦਿਨ ਅੰਮ੍ਰਿਤਸਰ ਸਾਹਿਬ। ਫਿਰ ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਤੇ ਪ੍ਰਿਥੀ ਚੰਦ ਤੋਂ ਛੋਟੇ ਸਨ ਗੁਰੂ ਰਾਮਦਾਸ ਮਹਾਰਾਜ ਦੇ ਵਿਚਕਾਰਲੇ ਸਾਹਿਬਜ਼ਾਦੇ। ਉਹਨਾਂ ਬਹੁਤ ਸਮਝਾਇਆ ਪ੍ਰਿਥੀ ਚੰਦ ਨੂੰ, ਪਰ ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈ ਹੈ ਫੂਕ। ਇੱਕ ਪਾਸੇ ਉਹ ਬਾਂਸ ਤੇ ਫੂਕ ਮਾਰੋ, ਦੂਜੇ ਪਾਸੇ ਨਿਕਲ ਜਾਂਦੀ ਨਾ ਖੋਖਲਾ ਹੁੰਦਾ। ਪ੍ਰਿਥੀ ਚੰਦ ਨੂੰ ਫਿਰ ਬਾਬਾ ਮਹਾਦੇਵ ਜੀ ਸਮਝਾਉਂਦੇ, ਪਰ ਇਹਨੇ ਉਹਦੇ ਨਾਲ ਵੀ ਝਗੜਾ ਕੀਤਾ। ਉਹਨਾਂ ਨੂੰ ਵੀ ਬਹੁਤ ਮਾੜੇ ਚੰਗੇ ਸ਼ਬਦ ਬੋਲੇ। ਇੱਥੋਂ ਫਿਰ ਸਾਧ ਸੰਗਤ ਜੀ ਦਿੱਲੀ ਗਿਆ, ਜਹਾਂਗੀਰ ਦੇ ਪਾਸ ਪਹੁੰਚਿਆ। ਇਹਦੋਂ ਬਾਅਦ ਸਾਧ ਸੰਗਤ ਜੀ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਬਣਨੇ ਸ਼ੁਰੂ ਹੋਏ। ਕਿਵੇਂ ਉੱਥੇ ਜਾ ਕੇ ਸੁਲਹੀ ਦੇ ਨਾਲ ਰਲ ਕੇ, ਪਹਿਲਾਂ ਤਾਂ ਸੁਲਹੀ ਨੂੰ ਚੜਾ ਕੇ ਭੇਜਿਆ, ਨਾ ਗੱਲ ਬਣੀ। ਫਿਰ ਉੱਥੇ ਚੰਦੂ ਨਾਲ ਗਾਂਢਾ ਸਾਂਡਾ ਕਰਕੇ ਫਿਰ ਸਮਾਂ ਪਾ ਕੇ ਚੰਦੂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਰਨਾ ਜਵਾਨ ਹੋਏ ਤੇ ਕਿਸੇ ਕਾਰਨ ਅੱਗੇ ਆਵੇਗਾ। ਚੰਦੂ ਦੇ ਹੰਕਾਰ ਕਾਰਨ ਫਿਰ ਦਿੱਲੀ ਦੀਆਂ ਸੰਗਤਾਂ ਚਿੱਠੀ ਲਿਖ ਕੇ ਭੇਜ ਦਿੱਤੀ ਵੀ ਮਹਾਰਾਜ ਰਿਸ਼ਤਾ ਨਹੀਂ ਲੈਣਾ, ਚੰਦੂ ਹੰਕਾਰੀ ਹੈ। ਚੰਦੂ ਦੀ ਧੀ ਦਾ ਰਿਸ਼ਤਾ ਵਾਪਸ ਹੋਇਆ, ਉਧਰੋਂ ਪ੍ਰਿਥੀ ਚੰਦ ਵੈਰੀ। ਇਸ ਤਰ੍ਹਾਂ ਕਈ ਕਾਰਨ ਬਣਦੇ ਸਾਧ ਸੰਗਤ ਜੀ ਫਿਰ ਚੰਦੂ ਮਹਾਰਾਜ ਦਾ ਵੈਰੀ ਬਣਿਆ। ਉਹ ਸਾਰਾ ਮਾਮਲਾ ਜਿਹੜਾ ਆਰੰਭ ਪ੍ਰਿਥੀ ਚੰਦ ਨੇ ਕੀਤਾ ਸੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਫਿਰ ਸਮਾਂ ਪਾ ਕੇ ਲਾਹੌਰ ਸ਼ਹਾਦਤ ਪ੍ਰਾਪਤ ਕਰਨੀ ਸੱਚੇ ਪਾਤਸ਼ਾਹ ਜੀ ਹਾਂ। ਉਸ ਤੋਂ ਬਾਅਦ ਸਾਧ ਸੰਗਤ ਜੀ ਅੱਗੇ ਉਹ ਲੰਬੇਰਾ ਪ੍ਰਸੰਗ ਜਿਵੇਂ ਜਿਵੇਂ ਆਈ ਜਾਵੇਗਾ ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸ਼ਰਵਣ ਕਰਾਂਗੇ। ਲੜੀਵਾਰ ਰੂਪ ਅੰਦਰ ਪਾਈਏ ਕਥਾ ਸ਼ਰਵਣ ਕਰੋ।
ਜਿਸ ਕਰਕੇ ਸਾਨੂੰ ਸਾਰਾ ਇਤਿਹਾਸ ਕੰਠ ਹੋਵੇਗਾ। ਬਹੁਤ ਬਾਰੀਕੀ ਦੇ ਨਾਲ ਕਵੀ ਸੰਤੋਖ ਸਿੰਘ ਸਾਹਿਬ ਦੀਆਂ ਇਹ ਸਾਰਾ ਇਤਿਹਾਸ ਜਿਹੜਾ ਬਹੁਤ ਘੋਖ ਪੜਤਾਲ ਕੇ 20 ਸਾਲ ਦੀ ਸਾਧ ਸੰਗਤ ਦੀ ਮਿਹਨਤ ਮੁਸ਼ੱਕਤ ਹੈ ਉਸ ਗੁਰਸਿੱਖ ਮਹਾਂਪੁਰਖ ਦੀ, ਤੇ ਐਡਾ ਬਾਰੀਕੀ ਦੇ ਨਾਲ ਇਤਿਹਾਸ ਲਿਖਿਆ, ਜਿਸ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਨਾਮ ਦਿੱਤਾ ਗਿਆ, ਦਰਜਾ ਮਿਲਿਆ। ਪੰਥ ਪ੍ਰਮਾਣਿਕ ਇਸ ਗ੍ਰੰਥ ਦੀ ਕਥਾ ਕਰਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹੋਈਆਂ ਰਹੀਆਂ। ਸਿੱਖ ਸੰਗਤ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣ। ਅਗਲੀ ਕਥਾ ਅਗਲੇ ਦੀਵਾਨ ਵਿੱਚ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਹ ਮੈਂ ਜਾਉ ਸਿੱਖ ਤਹ ਮੇਰੇ, ਆਨੈਗੇ ਸਭ ਹੀ ਉਪਹਾਰ। ਤਿਨ ਤੇ ਕਰ ਗੁਜਰਾਨ ਨਿਬਾਹਾ, ਰਹੇ ਇਕੱਤਰ ਸਰਬ ਪਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।